सरकार मोदी सरकार किसान यूनियन मोदी किसान यूनियन मोदी सरकार बीजेपी सरकार बीजेपी सरकार बीजेपी सरकार मोदी सरकार। ਕਹੀਏ ਟੀਵੀ ਚੈਨਲ ਦੇ तमाम ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਦਰਸ਼ਕੋ, ਜਿਵੇਂ ਕਿ ਤੁਸੀਂ ਸਾਰੇ ਬੜੇ ਭਲੀ ਭਾਂਤੀ ਜਾਣਦੇ ਹੋ ਕਿ ਮੌਜੂਦਾ ਸੰਦਰਭ ਦੇ ਵਿੱਚ ਜੋ ਕੁਛ ਵਾਪਰ ਰਿਹਾ ਪਿਛਲੇ 2 ਮਹੀਨੇ ਤੋਂ ਕਿਸਾਨੀ ਸੰਘਰਸ਼ ਜਿਸ ਤਰੀਕੇ ਨਾਲ ਚੱਲ ਰਿਹਾ ਤੇ ਅੱਜ ਉਹਦਾ ਸਿਖਰ ਦੇਖਣ ਨੂੰ ਮਿਲ ਰਿਹਾ। ਸਿਖਰ ਹੈ ਕਿ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੱਲ੍ਹ ਦੇ ਚਾਲੇ ਪਾਏ ਹੋਏ ਨੇ ਤੇ ਰਸਤੇ ਦੇ ਵਿੱਚ ਜਿਹੜਾ ਹਰਿਆਣਾ ਪੈਂਦਾ ਸਟੇਟ ਪੰਜਾਬ ਤੇ ਦਿੱਲੀ ਦੇ ਵਿਚਕਾਰ, ਸੋ ਹਰਿਆਣਾ ਸਰਕਾਰ ਦਾ ਜਿਹੜਾ ਰਵੱਈਆ ਸੀਗਾ ਇਸ ਚੀਜ਼ ਨੂੰ ਲੈ ਕੇ ਉਹ ਅਤ ਨਿੰਦਣਯੋਗ ਰਿਹਾ ਇਸ ਸਾਰੀ ਪ੍ਰਕਿਰਿਆ ਦੇ ਵਿੱਚ। ਤੇ ਆਪਾਂ ਹੁਣ ਇਸ ਸਭ ਘਟਨਾਕ੍ਰਮ ਤੇ ਵਾਰੀ-ਵਾਰੀ ਵਿਚਾਰ ਚਰਚਾ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਦੇ ਅੰਦਰ ਇੱਕ ਆਪਣੀ ਹੋਂਦ ਨੂੰ, ਆਪਣੀ ਆਰਥਿਕ ਵਿਵਸਥਾ ਦੀ ਜਿਹੜੀ ਬਰਬਾਦੀ ਹੋਣ ਜਾ ਰਹੀ ਆ ਉਹਨੂੰ ਬਚਾਉਣ ਲਈ ਕਿਸ ਹੱਦ ਤੱਕ ਦੀਆਂ ਕੁਰਬਾਨੀਆਂ, ਜਜ਼ਬਾਤ ਲੈ ਕੇ ਜਿਹੜੀ ਭਾਰਤੀ ਸਰਕਾਰ ਹੈਗੀ ਆ, ਭਾਰਤ ਦੀ ਮੌਜੂਦਾ ਹਕੂਮਤ, ਉਹਦੇ ਜਿਹੜੀ ਕੰਨਾਂ ਤੱਕ ਆਪਣੀ ਆਵਾਜ਼, ਆਪਣੀ ਪੁਕਾਰ ਜਿਹੜੀ ਉਹ ਲੈ ਕੇ ਜਾਣ ਦੀ, ਸੁਣਾਉਣ ਦੀ ਇੱਕ ਬੜੀ ਵੱਡੀ ਉਹ ਤਾਦਾਦ ਦੇ ਵਿੱਚ ਉਹਨਾਂ ਨੇ ਦਿੱਲੀ ਨੂੰ ਚਾਲੇ ਪਾਏ ਨੇ ਤੇ ਉੱਥੇ ਜਾ ਕੇ ਆਪਣੀ ਗੱਲ ਸੁਣਾਉਣਾ ਚਾਹੁੰਦੇ ਨੇ। ਪਰ ਹਰਿਆਣਾ ਸਰਕਾਰ ਦਾ ਰਵੱਈਆ ਜਿਹੜਾ ਹੈ ਬਹੁਤ ਹੀ ਨਿੰਦਣਯੋਗ ਆ। ਉਹਦੇ 'ਤੇ ਆਪਾਂ ਵਿਚਾਰ ਚਰਚਾ ਕਰਦੇ ਹਾਂ। ਤੇ ਆਪਣੇ ਨਾਲ ਨੇ ਡਾਕਟਰ ਸਵਰਨਜੀਤ ਕੌਰ ਜੀ ਗਰੇਵਾਲ। ਤੇ ਡਾਕਟਰ ਸਾਹਿਬ, ਅਕਸਰ ਹੀ ਡਾਕਟਰ ਸਾਹਿਬ ਸਮੇਂ-ਸਮੇਂ ਜਿਹੜੇ ਚਲੰਤ ਮਸਲੇ ਹੁੰਦੇ ਨੇ ਉਹਨਾਂ ਨੂੰ ਆਪਣੇ ਨਿਬੰਧਾਂ ਰਾਹੀਂ ਔਰ ਵੱਖ-ਵੱਖ ਮੀਡੀਆ 'ਤੇ ਔਰ ਆਪਣੇ ਜਿਹੜੇ ਹੈਗੇ ਕਵਿਤਾਵਾਂ ਰਾਹੀਂ ਪੇਸ਼ ਕਰਦੇ ਰਹਿੰਦੇ ਨੇ। ਤੇ ਮੇਰੇ ਖਿਆਲ ਅੱਜ ਵੀ ਤੁਸੀਂ ਕੁਛ ਅੱਜ ਦੇ ਸੰਦਰਭ ਦੇ ਵਿੱਚ ਲਿਖਿਆ ਜ਼ਰੂਰ ਹੋਏਗਾ ਨਾ, ਤੇ ਮੈਂ ਚਾਹੁੰਦੀ ਪਹਿਲਾਂ ਆਪਾਂ ਉਹ ਸਾਂਝਾ ਕਰ ਲਈਏ। ਤੁਸੀਂ ਕੀ ਡਾਕਟਰ ਸਾਹਿਬ ਲਿਖਿਆ ਹੈਗਾ ਅੱਜ ਦੇ ਸੰਦਰਭ ਦੇ ਵਿੱਚ? ਆਪਣੀ ਕਵਿਤਾ ਤੁਸੀਂ ਜ਼ਰੂਰ ਸਾਂਝੀ ਕਰੋ ਸਾਡੇ ਦਰਸ਼ਕਾਂ ਦੇ ਨਾਲ। ਹਾਂ ਪਰਮਵੀਰ, ਅੱਜ ਮੈਂ ਥੋੜਾ ਜਿਹਾ ਕਲਮ ਝਰੀਟ ਕੀਤੀ ਹੈ ਜਲਦੀ ਦੇ ਵਿੱਚ, ਛੇਤੀ 'ਚ। ਮੈਨੂੰ ਪਤਾ ਸੀ ਵੀ ਤੁਸੀਂ ਮੈਨੂੰ ਪੁੱਛਣਾ ਹੈਗਾ। ਜੀ। ਸੋ ਮੈਂ ਲਿਖਿਆ, ਤੂੰ ਹਰ ਦਿਨ ਸਾਨੂੰ ਮਾਰਿਆ, ਨਿੱਤ ਕੱਢ ਕੇ ਨਵੇਂ ਹਥਿਆਰ ਦੇ ਲਈਏ, ਆ ਲੈ ਉੱਠ ਪਏ ਪੁੱਤ ਪੰਜਾਬ ਦੇ, ਔਖੇ ਸਾਂਭਣੇ ਜਿਨ੍ਹਾਂ ਦੇ ਵਾਰ ਦੇ ਲਈ। ਅਸੀਂ ਅਣਖੇ ਪੁੱਤ ਪੰਜਾਬ ਦੇ, ਸਾਡੇ ਸਾਹਮਣੇ ਤੇਰੀ ਕੀ ਔਕਾਤ ਕੁੜੇ, ਤੂੰ ਸਦਾ ਹੀ ਸਾਨੂੰ ਦਰੜਿਆ, ਅੰਗਿਆਰ ਹੀ ਦਿੱਤੇ ਸੌਗਾਤ ਕੁੜੇ, ਹੁਣ ਜਾਗ ਪਏ ਸੁੱਤੇ ਸ਼ੇਰ ਨੇ, ਗੱਲ ਲਾਉਣਗੇ ਇੱਕ ਪਾਰ ਦੇ ਲਈਏ, ਆ ਲੈ ਉੱਠ ਪਏ ਨੇ ਪੁੱਤ ਪੰਜਾਬ ਦੇ, ਔਖੇ ਸਾਂਭਣੇ ਜਿਨ੍ਹਾਂ ਦੇ ਵਾਰ ਦੇ ਲਈ। ਤੇਰੇ ਅਡਾਨੀਆਂ ਅਤੇ ਅਬਾਨੀਆਂ ਬੜਾ ਚਿਰ ਪੀ ਲਿਆ ਖੂਨ ਨੀ, ਹੁਣ ਉੱਠ ਪਏ ਯੋਧੇ ਸੂਰਮੇ, ਭਰੇ ਹੋਏ ਨੇ ਨਾਲ ਜਨੂਨ ਨੀ, ਜਿਨ੍ਹਾਂ ਅਬਦਾਲੀ ਨਾ ਬਖਸ਼ਿਆ ਤੇ ਨਾ ਫਰੰਗੀ ਸ਼ਾਹ ਸਵਾਰ ਦਿੱਲੀਏ, ਆ ਲੈ ਉੱਠ ਪਏ ਪੁੱਤ ਪੰਜਾਬ ਦੇ, ਔਖੇ ਸਾਂਭਣੇ ਜਿਨ੍ਹਾਂ ਦੇ ਵਾਰ ਦੇ ਲਈਏ, ਔਖੇ ਸਾਂਭਣੇ ਜਿਨ੍ਹਾਂ ਦੇ ਵਾਰ ਦੇ ਲਈਏ। ਬਹੁਤ ਖੂਬਸੂਰਤ, ਬਹੁਤ ਹੀ ਪਿਆਰੀ ਕਵਿਤਾ ਜਿਹੜੀ ਤੁਸੀਂ ਅੱਜ ਪੇਸ਼ ਕੀਤੀ ਅੱਜ ਦੇ ਸੰਦਰਭ ਦੇ ਵਿੱਚ। ਵਾਕਿਆ ਹੀ ਡਾਕਟਰ ਸਾਹਿਬ, ਮੈਨੂੰ ਲੱਗਦਾ ਤੁਹਾਡੀ ਕਵਿਤਾ ਤੋਂ ਕਿ ਦਿੱਲੀ ਨੇ ਸੁੱਤਾ ਸ਼ੇਰ ਜਗਾਇਆ। ਬਿਲਕੁਲ। ਤੇ ਆਪਾਂ ਇਸੇ ਦੇ ਨਾਲ ਲੜੀ ਜੋੜ ਲੈਂਦੇ ਹਾਂ। ਥੋੜ੍ਹੀ ਦੇਰ ਪਹਿਲਾਂ ਆਪਾਂ ਜਿਹੜੀ ਆਪਣੀ ਯੂਨੀਅਨ ਹੈਗੀ ਆ, ਕਾਦੀਆਂ ਯੂਨੀਅਨ, ਉਹਨਾਂ ਦੇ ਨਾਲ ਵੀ ਗੱਲ ਕਰਕੇ ਹਟੇ ਹਾਂ। ਤੇ ਉਹ ਜਿਹੜੇ ਆ ਸ਼ੰਭੂ ਬਾਰਡਰ ਪਾਰ ਕਰ ਗਏ ਨੇ, ਨੇੜੇ ਪਹੁੰਚ ਗਏ ਨੇ। ਤੇ ਇਸੇ ਤਰ੍ਹਾਂ ਹੈ ਨਾ, ਵੱਖ-ਵੱਖ ਚੈਨਲਾਂ ਤੋਂ ਆਪਾਂ ਦੇਖ ਵੀ ਰਹੇ ਹਾਂ ਨਾ, ਆਪਾਂ ਨੂੰ ਵੀ ਆਪਣੇ ਨੁਮਾਇੰਦਿਆਂ ਰਾਹੀਂ, ਸੂਤਰਾਂ ਰਾਹੀਂ ਪਤਾ ਲੱਗ ਰਿਹਾ ਕਿ ਕੀ ਉੱਥੋਂ ਦੇ ਹਾਲਾਤ ਨੇ, ਕਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਜਿਹੜਾ ਸੀ ਉਹਨੂੰ ਡੈਮੇਜ ਕੀਤਾ ਗਿਆ। ਖਨੌਰੀ ਬਾਰਡਰ ਵੀ ਉਹਨਾਂ ਨੇ ਪਤਾ ਲੱਗਾ ਕਿ ਉਹ ਜਿਹੜਾ ਚੁੱਕ ਦਿੱਤਾ ਗਿਆ ਕਿਸਾਨਾਂ ਵੱਲੋਂ, ਹੈ ਨਾ। ਜੋਸ਼ ਜਿਹੜਾ ਪੰਜਾਬੀ ਜਵਾਨੀ ਦਾ, ਉਹਦੇ ਅੱਗੇ ਇਹ ਚੀਜ਼ਾਂ ਮਾਮੂਲੀ ਨੇ। ਤੇ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਪਰ ਮੇਰੀ ਗੱਲ ਇਹ ਹੈ ਕਿ ਜਿਸ ਹਿਸਾਬ ਨਾਲ ਪੰਜਾਬ ਨੂੰ ਟਰੀਟ ਕੀਤਾ ਜਾ ਰਿਹਾ ਸੀ,
ਉੱਥੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ, ਪੰਜਾਬੀਆਂ ਨੂੰ ਮਹਿਸੂਸ ਕਰਾਇਆ ਜਾ ਰਿਹਾ ਸੀ ਕਿ ਤੁਸੀਂ ਬੇਗਾਨੇ ਹੋ ਜੀ ਕਿਉਂਕਿ ਕਿਸੇ ਵੀ ਇੱਕ ਆਜ਼ਾਦ ਦੇਸ਼ ਦੇ ਵਾਸੀ ਜਿਹੜੇ ਹੈ, ਸਾਡਾ ਜਿਹੜਾ ਭਾਰਤ ਹੈ ਜੀ ਉਹ ਰਿਪਬਲਿਕ ਹੈ, ਜੀ ਵੱਖ-ਵੱਖ ਸਟੇਟਸ ਦੇ ਵਿੱਚ ਉਹਨਾਂ ਦਾ ਸੰਘ ਬਣਿਆ ਹੋਇਆ, ਉਹ ਸਟੇਟਸ ਦਾ ਸੰਘ ਹੋਣ ਦੇ ਨਾਤੇ ਰਿਪਬਲਿਕ ਆਫ ਇੰਡੀਆ ਬਣਦਾ ਹੈ। ਜੀ ਠੀਕ ਹੈ, ਤਾਂ ਇਹਦੇ ਵਿੱਚ ਸਾਰੀਆਂ ਜਿਹੜੀਆਂ ਸਟੇਟਸ ਨੇ ਜਾਂ ਜਿਹੜੇ ਸਾਰੇ ਸੂਬੇ ਨੇ ਉਹਨਾਂ ਦਾ ਬਰਾਬਰ ਦਾ ਅਧਿਕਾਰ ਹੈ, ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ। ਪਰ ਇੱਥੇ ਹੋ ਇਹ ਗਿਆ ਕਿ ਹੁਣ ਜਦੋਂ ਤੋਂ 2 ਮਹੀਨੇ ਤੋਂ 2.5 ਮਹੀਨੇ ਤੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਤਾਂ ਜਿੱਥੇ ਜਿੱਥੇ ਵੀ ਬੀਜੇਪੀ ਦੀਆਂ ਸਰਕਾਰਾਂ ਆਂਢ ਗੁਆਂਢ ਦੇ ਵਿੱਚ ਬੈਠੀਆਂ ਨੇ, ਖਾਸ ਕਰਕੇ ਹਰਿਆਣਾ ਸਰਕਾਰ, ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਆਪਣਾ ਬਲ ਪ੍ਰਯੋਗ ਕਰਕੇ ਆਪਣੇ ਤਾਨਾਸ਼ਾਹੀ ਰਵੱਈਏ ਦੇ ਨਾਲ ਇਹਨਾਂ ਨੂੰ ਰੋਕ ਲਵਾਂਗੇ। ਇੱਥੇ ਡਾਕਟਰ ਸਾਹਿਬ ਮੈਂ ਇੱਕ ਹੋਰ ਤੁਹਾਡੇ ਨਾਲ ਹੀ ਇਹਦੇ ਵਿੱਚ ਹੀ ਫਿਰ ਐਡ ਕਰ ਦੇਵਾਂ ਜੀ ਕਿ ਜਿਹੜਾ ਹਰਿਆਣਾ ਸਰਕਾਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਨੂੰ, ਕਿਉਂਕਿ ਕਿਸਾਨ ਕੋਈ ਹਥਿਆਰਬੰਦ ਹੋ ਕੇ ਤਾਂ ਜਾ ਨਹੀਂ ਰਹੇ, ਬਿਲਕੁਲ। ਖਤਰਨਾਕ ਕੋਈ ਸਥਿਤੀ ਨਹੀਂ ਹੈ ਨਹੀਂ। ਕਿ ਉਹ ਕੋਈ ਲੜਾਈ ਕਰਨ ਜਾ ਰਹੇ ਆ ਜਾਂ ਕੋਈ ਉੱਥੇ ਜਾਨੀ ਮਾਲੀ ਨੁਕਸਾਨ ਕਰਨ ਜਾ ਰਹੇ ਆ, ਬਿਲਕੁਲ। ਉਹ ਤਾਂ ਸਿਰਫ ਸੈਂਟਰ ਨੂੰ ਆਪਣੀ ਗੱਲ ਸੁਣਾਉਣ ਜਾ ਰਹੇ ਆ। ਬਿਲਕੁਲ। ਤੇ ਜਿਸ ਤਰ੍ਹਾਂ ਹਰਿਆਣਾ ਸਰਕਾਰ ਉਹਨਾਂ ਦੇ ਨਾਲ ਰਵੱਈਆ ਅਪਣਾ ਕੇ ਬੈਠੀ ਹੋਈ ਹੈ, ਕੀ ਇਹ ਜਾਇਜ਼ ਆ ਜਾਂ ਇਹ ਕਾਨੂੰਨੀ ਤੌਰ ਤੇ ਠੀਕ ਆ? ਇਸ ਤਰ੍ਹਾਂ ਕਿਸੇ ਸੂਬੇ ਨੂੰ ਅਧਿਕਾਰ ਹੈਗਾ ਕਿ ਉਹ ਸੈਂਟਰ ਤੱਕ ਕਿਸੇ ਹੋਰ ਸੂਬੇ ਨੂੰ ਪਹੁੰਚਣ ਨਾ ਦੇਵੇ? ਦੇਖੋ, ਸੰਵਿਧਾਨ ਦੇ ਅਨੁਸਾਰ ਸਾਰਿਆਂ ਨੂੰ ਇਹ ਹੱਕ ਹੈ ਜੀ ਕਿ ਆਪੋ ਆਪਣੇ ਜਿਹੜੇ ਵਿਚਾਰ ਨੇ ਜੀ ਉਹ ਸੈਂਟਰ ਤੱਕ ਪਹੁੰਚਾ ਸਕੇ। ਜੀ ਜੀ ਆਪਣੇ ਸੰਵਿਧਾਨਕ ਹੱਕ ਦੇ ਲਈ ਕਿਸਾਨ ਜਾ ਰਹੇ ਸੀ ਦਿੱਲੀ, ਜੀ ਜੀ ਨਾ ਕਿ ਹਰਿਆਣੇ ਨੂੰ ਕੁਝ ਕਹਿ ਰਹੇ ਸੀ। ਹਰਿਆਣੇ ਦੀ ਸਰਕਾਰ ਦਾ ਤਾਂ ਉਹਦੇ ਵਿੱਚ ਕੋਈ ਲਾਕਾ ਦੇਕਾ ਨਹੀਂ ਹੈ। ਨਹੀਂ, ਕਾਨੂੰਨੀ ਤੌਰ ਤੇ ਕਾਨੂੰਨੀ ਤੌਰ ਤੇ ਕਿਸਾਨਾਂ ਨੂੰ ਇਹ ਪੂਰਾ ਹੱਕ ਹੈ ਜੀ। ਕਿ ਉਹ ਸੈਂਟਰ ਦੇ ਵਿੱਚ ਜਾ ਕੇ ਆਪਣੀ ਆਵਾਜ਼ ਰੱਖ ਸਕਣ, ਆਪਣੀ ਗੱਲ ਰੱਖ ਸਕਣ, ਜੀ ਜੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ 2 ਮਹੀਨੇ ਆਪਣੇ ਸੂਬੇ ਦੇ ਵਿੱਚ ਬੈਠ ਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੰਨੀ ਬੜੀ ਜਿਹੜੀ ਸਰਕਾਰ ਹੈ ਕੇਂਦਰ ਦੀ, ਉਹਦੇ ਤੇ ਕੋਈ ਅਸਰ ਨਹੀਂ ਹੋਇਆ। ਜੀ ਠੀਕ ਹੈ, ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਮਹੀਨਾ ਪਹਿਲਾਂ ਇਹ ਦੱਸ ਦਿੱਤਾ ਸੀ ਕਿ ਅਸੀਂ ਭਾਈ ਇਸ ਤਰੀਕ ਨੂੰ ਦਿੱਲੀ ਜਾਵਾਂਗੇ। ਤਾਂ ਇਹ ਮੈਂ ਡਾਕਟਰ ਸਾਹਿਬ ਮੇਰਾ ਸਵਾਲ ਫਿਰ ਉਹੀ ਹੈ ਹਾਂ। ਕਿ ਸੰਵਿਧਾਨਿਕ ਤੌਰ ਤੇ ਜੇ ਗੱਲ ਕਰੀਏ ਤਾਂ ਹਰਿਆਣਾ ਸਟੇਟ ਨੂੰ ਕੀ ਕੋਈ ਇੱਕ ਜਿਹੜੀ ਆਪਣੇ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਕਰ ਰਹੀ ਕਿ ਬਿਲਕੁਲ। ਕਿਸੇ ਇੱਕ ਸੂਬੇ ਦੇ ਜਿਹੜੇ ਰਾਈਟਸ ਹੈਗੇ, ਫੰਡਾਮੈਂਟਲ ਰਾਈਟਸ, ਇਹ ਬਣ ਜਾਂਦੇ ਨੇ? ਫੰਡਾਮੈਂਟਲ ਰਾਈਟਸ ਦੇ ਉੱਤੇ ਇੱਕ ਪੂਰਾ ਹਮਲਾ ਆਇਆ ਡਾਕਾ ਕਿ ਹੈ ਇੱਕ ਡਾਕਾ ਆ ਕਿ ਇੱਕ ਜਿਹੜਾ ਸੂਬਾ ਹੈ ਦੂਜੇ ਸੂਬੇ ਵਾਸਤੇ ਇਸ ਤਰ੍ਹਾਂ ਦੇ ਬੈਰੀਕੇਡ ਲਗਾਵੇ ਜਿਵੇਂ ਉਹ ਵਿਰੋਧੀ ਦੇਸ਼ ਦੇ ਵਾਸੀ ਹੁੰਦੇ। ਪਹਿਲੀ ਵਾਰ ਦੇਖਿਆ ਪਹਿਲੀ ਵਾਰ ਇਤਿਹਾਸ ਦੇ ਵਿੱਚ, ਕੀ ਮੈਂ ਕਹਿੰਦੀ ਸ਼ਾਇਦ ਦੁਨੀਆ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਇੱਕ ਆਜ਼ਾਦ ਦੇਸ਼ ਦੇ ਵਿੱਚ 2 ਇੱਕੋ ਜਿਹੇ ਹੱਕ ਰੱਖਣ ਵਾਲੇ ਸੂਬੇ ਨੇ, ਔਰ ਇੱਕ ਸੂਬਾ ਸਿਰਫ ਆਪਣੀ ਤਾਨਾਸ਼ਾਹੀ ਦਰਸਾਉਣ ਵਾਸਤੇ ਜਾਂ ਕੇਂਦਰ ਦੀ ਭੱਲ ਖੱਟਣ ਵਾਸਤੇ ਕਿ ਅਸੀਂ ਆਹ ਕੁਛ ਤੁਹਾਡੇ ਲਈ ਕੀਤਾ, ਤੇ ਉਹ ਦੂਜੇ ਸੂਬੇ ਉੱਤੇ ਇੰਨਾ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ। ਤਾਂ ਇਹ ਜਿਹੜੀ ਚੀਜ਼ ਹੈ ਬਿਲਕੁਲ ਹੀ ਗੈਰ ਸੰਵਿਧਾਨਿਕ ਹੈ, ਗੈਰ ਜਮਹੂਰੀਅਤ ਹੈ, ਇਹਦੇ ਵਿੱਚ ਝਲਕਦੀ ਹੈ, ਕਿਉਂਕਿ ਲੋਕਤੰਤਰੀ ਅਧਿਕਾਰ ਜਿਹੜੇ ਹੈ ਉਹ ਸਭ ਦੇ ਇੱਕੋ ਜਿਹੇ ਹੈ। ਤੇ ਫਿਰ ਤੁਸੀਂ ਇੱਕ ਸੂਬੇ ਦੇ ਉੱਤੇ ਇਸ ਤਰ੍ਹਾਂ ਦਾ ਦਾਬਾ ਪਾਓਗੇ ਤਾਂ ਉਹ ਫਿਰ ਹੈ ਵੀ ਪੰਜਾਬ ਹੈ, ਤਾਂ ਪੰਜਾਬ ਕਦੇ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਤੇ ਹੁਣ ਸਾਰੀ ਦੁਨੀਆ ਦੇਖ ਰਹੀ ਹੋਏਗੀ ਕਿ ਦੇਖੋ ਪੰਜਾਬੀਆਂ ਨੇ ਜਿਹੜੇ ਉਹ 5-5 ਲੇਅਰ ਵੀ ਲਾਈਆਂ ਸੀਗੀਆਂ ਬੈਰੀਕੇਡਸ ਦੀਆਂ, ਉਹ ਤੋੜ ਦਿੱਤੀਆਂ। ਇੱਕ ਇੱਥੇ ਦਰਸ਼ਕੋ ਆਪਾਂ ਹੋਰ ਵੀ ਵਿਚਾਰ ਸਾਂਝਾ ਕਰ ਲੈਂਦੇ ਹਾਂ ਕਿ ਅੱਜ ਪੂਰਾ ਵਰਲਡ ਇਹ ਚੀਜ਼ ਤਾਂ ਦੇਖ ਰਿਹਾ ਹੈ ਨਾ ਮੀਡੀਆ ਰਾਹੀਂ। ਇਹ ਤਾਂ ਸਰਕਾਰਾਂ ਭੁੱਲ ਜਾਣ ਕਿ ਜਿਹੜਾ ਕੌਮੀ ਮੀਡੀਆ ਹੈਗਾ, ਜਿਹੜਾ ਗੋਦੀ ਮੀਡੀਆ, ਉਹ ਉਹਨਾਂ ਦੇ ਅੰਡਰ ਪ੍ਰੈਸ਼ਰ ਕੰਮ ਕਰਦਾ, ਜਾਂ ਅੰਡਰ ਪ੍ਰੈਸ਼ਰ ਕਰ ਲਓ, ਜਾਂ ਉਹ ਇੱਕ ਜਿਹੜਾ ਪੇਡ ਮੀਡੀਆ ਹੈਗਾ, ਇਸ ਕਰਕੇ ਉਹ ਇੰਟਰਨੈਸ਼ਨਲ ਲੈਵਲ ਤੇ ਉਹ ਚੀਜ਼ਾਂ ਨਹੀਂ ਦਿਖਾ ਰਿਹਾ, ਖਾਸ ਕਰ ਕਿਸਾਨਾਂ ਦੇ ਨਾਲ ਸੰਬੰਧਿਤ। ਪਰ ਜਿਸ ਤਰ੍ਹਾਂ ਪ੍ਰਾਈਵੇਟ ਜਿੰਨੇ ਵੀ ਸੋਰਸਸ ਹੈਗੇ ਨੇ, ਸਾਧਨ ਹੈਗੇ ਨੇ, ਉਹਨਾਂ ਦੇ ਜਿੰਨਾ ਪੰਜਾਬੀ ਮੀਡੀਆ ਜੀ, ਜਿੰਨਾ ਪ੍ਰਾਈਵੇਟ ਮੀਡੀਆ ਜੀ, ਉਹ ਸਾਰਾ ਉੱਥੇ ਪਹੁੰਚ ਰਿਹਾ, ਵਿਦੇਸ਼ਾਂ ਦੇ ਵਿੱਚ ਬੈਠੇ। ਅੱਜ ਪੂਰਾ ਵਰਲਡ ਇਹ ਚੀਜ਼ ਦੇਖ ਰਿਹਾ ਹੈ ਕਿ ਬਿੱਲੀ ਜਿਹੜੀ ਥੈਲਿਓਂ ਬਾਹਰ ਆ ਗਈ ਹੈ, ਔਰ ਜਿਹੜੀ ਭਾਰਤੀ ਸਰਕਾਰ ਹੈਗੀ ਆ ਉਹ ਕਿਸ ਹੱਦ ਤੱਕ ਤਾਨਾਸ਼ਾਹ ਰਵੱਈਆ ਅਪਣਾ ਕੇ ਬੈਠੀ ਹੋਈ ਆ ਆਪਣੇ ਨਾਗਰਿਕਾਂ ਨਾਲ, ਔਰ ਬੜੀ ਹਾਸੋਹੀਣ ਸਥਿਤੀ ਬਣੀ ਹੋਈ ਆ ਜਿਹੜੀਆਂ ਤੁਸੀਂ ਵਰਲਡ ਦੇ ਨਜ਼ਰਾਂ ਦੇ ਵਿੱਚ ਭਾਰਤ ਦੀ ਇਸ ਵੇਲੇ, ਕਿ ਭਾਰਤ ਦੇ ਵਿੱਚ ਲੋਕਤੰਤਰ ਦਾ ਰੌਲਾ ਤਾਂ ਪਾਇਆ ਜਾ ਰਿਹਾ, ਪਰ ਪ੍ਰੈਕਟੀਕਲੀ ਜੇ ਅਸਲੀਅਤ ਦੇ ਵਿੱਚ ਦੇਖ ਲਈਏ ਤਾਂ ਉੱਥੇ ਲੋਕਤੰਤਰ ਨਹੀਂ ਹੈ, ਇੱਥੇ ਡੰਡਾ ਤੰਤਰ ਹੈ, ਇੱਥੇ ਤਾਨਾਸ਼ਾਹ ਤੰਤਰ ਚੱਲ ਰਿਹਾ। ਸੋ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਜਿਹੜੀਆਂ ਭਾਰਤ ਦੇ ਅਗੇਂਸਟ ਜਾ ਰਹੀਆਂ ਨੇ, ਇਹ ਕੋਈ ਹੱਕ 'ਚ ਨਹੀਂ ਜਾ ਰਹੀਆਂ। ਦੁਨਿਆਵੀ ਪੱਧਰ ਤੇ ਸੋਚੀਏ ਤਾਂ ਭਾਰਤ ਦੀ ਇਸ ਵੇਲੇ ਸਥਿਤੀ ਬਿਲਕੁਲ ਸਹੀ ਕਿਹਾ ਤੁਸੀਂ ਕਿ ਹਾਸੋਹੀਣੀ ਬਣੀ ਹੋਈ ਹੈ।
ਕਿਉਂਕਿ ਜਮਹੂਰੀਅਤ ਜਿਹੜੀ ਹੈ ਉਹਦੇ ਵਿੱਚ ਹਰ ਇੱਕ ਨੂੰ ਹੱਕ ਹੁੰਦਾ ਆਪਣੀ ਗੱਲ ਰੱਖਣ ਦਾ। ਜੀ ਔਰ ਇੱਥੇ ਜਮਹੂਰੀਅਤ ਦੇ ਨਾਂ ਤੇ ਜਮਹੂਰੀਅਤ ਦਾ ਹੀ ਕਤਲ ਕੀਤਾ ਜਾ ਰਿਹਾ। ਬਿਲਕੁਲ ਬਿਲਕੁਲ ਠੀਕ ਹੈ ਨਾ। ਇੱਕ ਪਾਸੇ ਉਹ ਸਾਨੂੰ ਸੱਦਾ ਦਿੰਦੇ ਨੇ ਕਿ ਜੀ 3 ਦਸੰਬਰ ਨੂੰ ਆ ਕੇ ਗੱਲ ਕਰੋ। ਜੀ ਕਿੱਥੇ ਅੱਜ 26 ਨਵੰਬਰ ਹੈ, 26 ਤੋਂ ਲੈ ਕੇ 3 ਦਸੰਬਰ ਤੱਕ ਡੇਟ ਪਾਉਣ ਦਾ ਕੀ ਮਤਲਬ ਰਹਿ ਜਾਂਦਾ ਸੀ। ਜੀ ਜੇ ਉਹ ਸਾਡੇ ਪ੍ਰਤੀ ਸੁਹਿਰਦ ਸੀਗੇ ਜੀ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਛੇਤੀ ਤੋਂ ਛੇਤੀ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ ਤੇ ਉਹ ਆਪਣੀ ਗੱਲ ਇਹ ਵੀ ਰੱਖਦੇ ਉਹ ਵੀ ਰੱਖਦੇ। ਪਰ ਲੱਗਦਾ ਇਹ ਹੈ ਕਿ ਕਿਤੇ ਨਾ ਕਿਤੇ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰ ਰਹੇ ਆ। ਇੱਕ ਪਾਸੇ ਬੈਰੀਕੇਡ ਲਗਾਏ ਜਾ ਰਹੇ ਆ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ, ਦੂਜੇ ਪਾਸੇ ਦਿੱਲੀ ਆਉਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਤੇ ਤੀਜੇ ਪਾਸੇ ਚੁੱਪਚਾਪ ਤਮਾਸ਼ਾ ਵੀ ਦੇਖਿਆ ਜਾ ਰਿਹਾ। ਅੱਛਾ ਡਾਕਟਰ ਸਾਹਿਬ, ਜਿਵੇਂ ਇੱਕ ਆਪਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਵਾਇਰਲ ਹੋਈ ਇੱਕ ਨੌਜਵਾਨ ਦੀ ਕਿ ਉਹਨੇ ਕਿਸ ਤਰ੍ਹਾਂ ਇੱਕ ਸਟੰਟਬਾਜ਼ੀ ਜਿਹੜੀ ਆ ਦਿਖਾਈ ਆ। ਮੈਂ ਬੜੀ ਹੈਰਾਨ ਸੀ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਸਾਡੇ ਸੋ ਕਾਲਡ ਐਕਟਰ ਐਕਟਰੈਸ ਨੇ, ਸੋ ਕਾਲਡ ਹੀਰੋ ਕਹਿ ਸਕਦੇ ਉਹਨਾਂ ਨੂੰ, ਹੈ ਨਾ। ਸੋ ਉਹ ਕਈ ਮਹੀਨੇ ਟ੍ਰੇਨਿੰਗ ਲੈਂਦੇ ਨੇ ਇਸ ਚੀਜ਼ ਦੀ, ਤੇ ਫਿਰ ਵੀ ਉਹਨਾਂ ਦੇ ਬਚਾਅ ਲਈ ਬੜਾ ਸਾਜੋ ਸਮਾਨ ਉਸ ਵੇਲੇ ਇਕੱਠਾ ਕੀਤਾ ਜਾਂਦਾ ਜਿੱਥੇ ਉਹਨਾਂ ਨੇ ਉਹ ਸਟੰਟ ਦਿਖਾਉਣਾ ਹੁੰਦਾ ਹੈ ਨਾ। ਉਹ ਸਾਰੀਆਂ ਚੀਜ਼ਾਂ ਦਾ ਬੜਾ ਧਿਆਨ ਰੱਖਿਆ ਜਾਂਦਾ। ਉੱਥੇ ਇੱਕ ਡਾਕਟਰੀ ਅਮਲਾ ਫੈਲਾ ਮੈਡੀਕਲ ਟੀਮ ਜਿਹੜੀ ਹੁੰਦੀ ਆ ਉਹ ਵੀ ਖੜੀ ਕੀਤੀ ਹੁੰਦੀ ਵੀ ਕੋਈ ਇੰਜਰੀ ਆ ਗਈ ਤਾਂ ਫਟਾਫਟ ਇਹਨੂੰ ਫਸਟ ਏਡ ਦਿੱਤੀ ਜਾਵੇ। ਗੱਦੇ ਵਿਛਾਏ ਜਾਂਦੇ ਹੇਠਾਂ ਜਦੋਂ ਕੋਈ ਸਟੰਟਬਾਜ਼ ਸਟੰਟ ਕਰਦਾ ਹੈ। ਤੇ ਇਹ ਵੇਖੋ ਇੱਕ ਅਨਟ੍ਰੇਨਡ ਜਿਹੜਾ ਸਾਡਾ ਨੌਜਵਾਨ ਹੈਗਾ, ਇੱਕ ਕਿਸਾਨ ਨੌਜਵਾਨ ਹੈਗਾ, ਜਿਸ ਤਰੀਕੇ ਨਾਲ ਉਹਨੇ ਜੋ ਇਸ ਵੇਲੇ ਵੈਸੇ ਜੇ ਉਹਨੂੰ ਬੜੇ ਗੌਰ ਨਾਲ ਧਿਆਨ ਨਾਲ ਵਾਚੀਏ ਤਾਂ ਇੱਕ ਵਾਰੀ ਦਿਲ ਜਿਹੜਾ ਹਿੱਲ ਜਾਂਦਾ। ਤੇ ਉਹ ਸਲੂਟ ਆ ਵੀ ਉਸ ਨੌਜਵਾਨ ਨੂੰ। ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਮੈਂ ਵੀ ਇਸ ਚੀਜ਼ ਨੂੰ ਬੜਾ ਐਪਰੀਸ਼ੀਏਟ ਕਰਾਂਗੀ ਕਿਉਂਕਿ ਜਿਹੜਾ ਇੱਕ ਅਨਟ੍ਰੇਨਡ ਮੁੰਡਾ ਹੈਗਾ ਉਹਨੇ ਬੜੇ ਹੌਸਲੇ ਵਾਲਾ ਕੰਮ ਕੀਤਾ ਤੇ ਬੜਾ ਪਚੱਕਾ ਰਹਿ ਗਿਆ ਸਾਰਾ ਜਿਹੜਾ ਮੀਡੀਆ ਸੀ ਉਹ ਵੀ ਤੇ ਸਾਰੀ ਪੁਲਿਸ ਵੀ ਤੇ ਸਾਰੇ ਦੇਖਣ ਵਾਲੇ ਵੀ ਕਿ ਕਿਸ ਤਰ੍ਹਾਂ ਪੁਲਿਸ ਨੂੰ ਪਿੱਛੇ ਹਟਾਉਂਦਾ ਹੋਇਆ ਕਿਸ ਤਰ੍ਹਾਂ ਅੱਗੇ ਵਧ ਕੇ ਕਿਸ ਤਰ੍ਹਾਂ ਉਹ ਪੁਲਿਸ ਦੀ ਉਸ ਗੱਡੀ ਤੇ ਚੜਿਆ, ਵਾਟਰ ਕੈਨਨ ਬੜੀ ਗੱਡੀ ਤੇ, ਉੱਥੇ ਜਾ ਕੇ ਉਹਨੇ ਵਾਟਰ ਕੈਨਨ ਬੰਦ ਕੀਤੀ ਤੇ ਅਚਾਨਕ ਹੀ ਚੱਲਦੀ ਹੋਈ ਟਰਾਲੀ ਤੇ ਆਪਣੀ ਤੇ ਆ ਕੇ ਛਾਲ ਮਾਰ ਦਿੱਤੀ। ਸੋ ਇਹ ਬਹੁਤ ਵੱਡਾ ਹੌਸਲੇ ਭਰਿਆ ਇੱਕ ਕਦਮ ਹੈ ਤੇ ਇਸੇ ਨੂੰ ਕਹਿੰਦੇ ਨੇ ਕਿ ਪੰਜਾਬੀਆਂ ਦੀ ਜਿਹੜੀ ਹੌਸਲੇ ਵਾਲੀ ਜਿਹੜੀ ਕਾਰਨਾਮੇ ਹੈ, ਚੜ੍ਹਦੀ ਕਲਾ ਜਿਹੜੀ ਹੈ, ਉਹਨਾਂ ਦਾ ਕੋਈ ਪਾਰ ਨਹੀਂ ਪਾ ਸਕਦਾ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਤਿਆਰ ਕੀਤੀ ਉਹ ਕੌਮ ਹੈ ਜਿਸ ਦੇ ਅੱਗੇ ਕੋਈ ਵੀ ਅੜੂਗਾ ਤੇ ਉਹ ਚੜੂਗਾ ਹੀ ਚੜੂ। ਕਿਉਂਕਿ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪਾਸੇ ਤਾਂ ਪੇਡ ਆਰਮੀ ਖੜੀ ਹੁੰਦੀ, ਪੇਡ ਫੋਰਸ ਹੁੰਦੀ ਆ ਸਰਕਾਰਾਂ ਦੀ, ਸਮੇਂ ਦੀਆਂ ਹਕੂਮਤਾਂ ਦੀ, ਇੱਕ ਪਾਸੇ ਜਜ਼ਬਿਆਂ ਨਾਲ ਲਬਰੇਜ਼, ਜਜ਼ਬਾਤਾਂ ਨਾਲ ਨਿਪੁੰਨ ਸੰਪੰਨ ਸਾਡੀ ਜਿਹੜੇ ਸਿਪਾਹੀ ਖੜੇ ਹੁੰਦੇ ਨੇ, ਇੱਕ ਕਿਸੇ ਕੌਮ ਦੀ ਖਾਤਰ ਸਿਰ ਦੇਣ ਵਾਲੇ, ਆਪਣੇ ਦੇਸ਼ ਦੀ ਖਾਤਰ, ਆਪਣੇ ਦੇਸ਼ ਦੀ ਮਿੱਟੀ ਦੀ ਖਾਤਰ ਸਿਰ ਦੇਣ ਵਾਲੇ ਜਜ਼ਬੇ ਖੜੇ ਹੁੰਦੇ ਨੇ। ਸੋ ਦੋਵਾਂ ਦੇ ਟਕਰਾਅ ਨੂੰ ਤੁਸੀਂ ਕਿਸ ਤਰ੍ਹਾਂ? ਪਰ ਸਾਡਾ ਤਾਂ ਇਤਿਹਾਸ ਹੀ ਗਵਾਹ ਹੈ ਜੀ ਕਿ ਸਾਡੇ ਜਿਹੜੀ ਚਮਕੌਰ ਦੀ ਗੜ੍ਹ ਦੇ ਵਿੱਚ ਗੁਰੂ ਦੀ ਫੌਜ ਸੀ ਸਿਰਫ 40 ਬੰਦੇ ਸੀ ਜੀ, ਤੇ 40 ਅੱਗੇ ਕਿਹਾ ਜਾਂਦਾ 10 ਲੱਖ ਫੌਜ ਸੀ ਤੇ ਉਹਨਾਂ ਦੇ ਦੰਦ ਖੱਟੇ ਹੋ ਗਏ ਜੀ। ਫਿਰ ਖਿਦਰਾਣੇ ਦੀ ਢਾਬ ਤੇ ਲਾ ਲਓ, ਉੱਥੇ 40 ਸਿੰਘ ਸੀਗੇ, 40 ਸਿੰਘਾਂ ਨੇ ਕਿੰਨੇ ਲੱਖ ਫੌਜ ਦਾ ਟਾਕਰਾ ਕੀਤਾ। ਤਾਂ ਇਹ ਤਾਂ ਸਾਡਾ ਤਾਂ ਇਤਿਹਾਸ ਗਵਾਹ ਕਿ 40 ਜਿਹੜੇ ਹੁਣ ਹਰਮੰਦਰ ਸਾਹਿਬ ਤੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਜੋ ਕੁਝ ਹੋਇਆ 84 ਵੇਲੇ, ਉਸ ਵੇਲੇ ਵੀ ਥੋੜੇ ਜਿਹੇ ਸਿੰਘ ਸੀਗੇ ਜਿਨ੍ਹਾਂ ਦੇ ਕਰਕੇ ਇਹ ਚੀਜ਼ ਹੋਈ ਸੀ। ਠੀਕ ਹੈ, ਤਾਂ ਤੁਸੀਂ ਡਾਕਟਰ ਸਾਹਿਬ ਇਸ ਸਾਰੇ ਤੋਂ ਕੀ ਦੇਖਦੇ ਹੋ ਕਿ ਵੀ ਦਿੱਲੀ ਦੇ ਇਹਨਾਂ ਚੀਜ਼ਾਂ ਦੇ ਨਾਲ ਦਿੱਲੀ ਦੇ ਭੁਲੇਖੇ ਨਿਕਲਣਗੇ ਜਾਂ ਥੋੜੇ ਬਹੁਤ ਨਿਕਲੇ ਆ ਕਿ ਨਹੀਂ, ਟਸ ਤੋਂ ਮਸ ਨਹੀਂ ਹੋਏ? ਦੇਖੋ, ਦਿੱਲੀ ਜੇ ਆਪਣੇ ਅੜੀਅਲ ਰਵੱਈਏ ਤੇ ਅੜੀ ਹੈ ਤਾਂ ਬੇਸ਼ੱਕ ਅੜੀ ਰਹੇ, ਲੇਕਿਨ ਜੇ ਅਸੀਂ ਅਸਲੀ ਦੇ ਵਿੱਚ ਦੇਖੀਏ ਤਾਂ ਜਿਹੜੇ ਸਾਡੇ ਜਜ਼ਬਿਆਂ ਭਰਪੂਰ ਜਵਾਨ ਹੈ ਜਾਂ ਕਿਸਾਨ ਹੈ, ਚਾਹੇ ਉਹ 'ਚ ਬਜ਼ੁਰਗ ਵੀ ਹੈਗੇ ਨੇ, ਅਸੀਂ 90 ਸਾਲ ਦੇ ਬਜ਼ੁਰਗ ਨੇ, ਉਹਨਾਂ ਦੇ ਅੰਦਰ ਇੱਕ ਜਜ਼ਬਾ ਹੈ, ਉਹਨਾਂ ਦੇ ਅੰਦਰ ਇੱਕ ਜਨੂਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਮਿੱਟੀ ਦਾ ਮੋਹ ਕਿਤੇ ਨਾ ਕਿਤੇ, ਮਿੱਟੀ ਦਾ ਮੋਹ ਆਪਣੇ ਥਾਂ ਤੇ ਹੈ। ਜੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਹੁਣ ਸਾਡੇ ਹੱਥੋਂ ਇਹ ਚੀਜ਼ ਖੁੱਸ ਜਾਣੀ ਹੈ ਤਾਂ ਉਹ ਆਪਣਾ ਆਰ ਪਾਰ ਹੀ ਕਰਨਗੇ ਲੜਾਈ, ਕਿਉਂਕਿ ਆਪਣੇ ਜਾਨਾਂ ਖੂਲ ਕੇ ਨਿਕਲੇ ਨੇ। ਉਹ ਕਹਿ ਰਹੇ ਨੇ ਕਿ ਅਸੀਂ ਕਫਨ ਸਿਰ ਤੇ ਬੰਨ ਕੇ ਨਿਕਲੇ ਆ ਤੇ ਉਹਨਾਂ ਦੇ ਜਨੂਨ ਦੇ ਅੱਗੇ ਸਲਾਮ ਹੈ ਸਭ ਦੀ। ਬਿਲਕੁਲ ਦਰਸ਼ਕੋ, ਇੱਥੇ ਆਪਾਂ ਗੱਲ ਹੋਰ ਸਾਂਝੀ ਕਰੀਏ ਕਿ ਦੇਖੋ ਕਿਸਾਨ ਦਾ ਆਧਾਰ ਜਿਹੜਾ ਹੈਗਾ ਉਹ ਜ਼ਮੀਨ ਹੈ, ਜ਼ਮੀਨ ਨੂੰ ਉਹ ਮਾਂ ਵੀ ਮੰਨਦਾ ਹੈ, ਜ਼ਮੀਨ ਉਹਦਾ ਜਿਹੜਾ ਇੱਕ ਆਰਥਿਕਤਾ ਦਾ ਵੀ ਸੋਰਸ ਹੈ। ਤੇ ਜਦੋਂ ਉਹਨੂੰ ਇਹ ਨਜ਼ਰ ਆਇਆ ਕਿ ਉਹ ਚੀਜ਼ ਵੀ ਉਹਦੇ ਹੱਥੋਂ ਜਾ ਰਹੀ ਆ ਤਾਂ ਉਹਦਾ ਜਿਹੜਾ ਇਸ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ, ਇਸ ਤਰੀਕੇ ਦੇ ਨਾਲ ਜਾਗਰੂਕ ਹੋਣਾ, ਰੌਲਾ ਪਾਉਣਾ ਆਪਣੇ ਹੱਕਾਂ ਪ੍ਰਤੀ, ਉਹ ਜਾਇਜ਼ ਆ, ਬਿਲਕੁਲ ਜਾਇਜ਼ ਆ, ਇਹਨੂੰ ਪੂਰੀ ਦੁਨੀਆ ਜਾਇਜ਼
ਮੰਨ ਰਹੀ ਹੈ, ਪਰ ਜਿਹੜਾ ਉੱਥੇ ਹੁਣ ਸਰਕਾਰਾਂ ਵੱਲੋਂ ਧੱਕੇ ਕੀਤੇ ਜਾ ਰਹੇ ਨੇ ਕਿਸਾਨਾਂ ਨਾਲ, ਉਹ ਅਤ ਨਿੰਦਣਯੋਗ ਵੀ ਹੈਗਾ। ਔਰ ਵੇਖੋ ਡੈਮੋਕ੍ਰੇਸੀ ਦਾ ਤਾਂ ਕਿਤੇ ਡਾਕਟਰ ਸਾਹਿਬ ਨਾਮ ਨਿਸ਼ਾਨ ਨਹੀਂ ਹੈ। ਜਿਹੜੇ ਹੁਣ ਵਰਤਾਰੇ, ਇਹ ਜਿਹੜਾ ਵਰਤਾਰਾ ਹੋ ਰਿਹਾ ਨਾ, ਇਹ ਕਿਸਾਨਾਂ ਦੀ ਆੜ ਦੇ ਵਿੱਚ ਕਾਰਪੋਰੇਟ ਘਰਾਣਿਆਂ ਨਾਲ ਮਿੱਤਰਤਾ ਨਿਭਾਈ ਜਾ ਰਹੀ ਹੈ ਜੀ। ਠੀਕ ਹੈ, ਕਾਰਪੋਰੇਟ ਘਰਾਣਿਆਂ ਦੀ ਮਿੱਤਰਤਾ ਨਿਭਾਉਣ ਦੇ ਕਰਕੇ ਜਮਹੂਰੀਅਤ ਦਾ ਘਾਣ ਹੋ ਰਿਹਾ, ਜਿਹੜਾ ਕਿ ਅੱਗੇ ਜਾ ਕੇ ਬਹੁਤ ਖਤਰਨਾਕ ਸਿੱਟੇ ਅੱਗੇ ਜਾ ਕੇ ਤਾਨਾਸ਼ਾਹੀ ਨੂੰ ਵੀ, ਪੂਰੀ ਤਾਨਾਸ਼ਾਹੀ ਨੂੰ ਜਨਮ ਦੇਗਾ, ਨਾ ਕਿ ਲੋਕਤੰਤਰੀ ਕਦਰਾਂ ਕੀਮਤਾਂ ਬਦਲਦੀ। ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਕਦੇ ਨਹੀਂ ਚਾਹੁੰਦੇ ਕਿ ਜਿਹੜੇ ਆਮ ਲੋਕ ਨੇ ਉਹਨਾਂ ਦੇ ਹੱਕ ਬਰਕਰਾਰ ਰਹਿਣ। ਉਹ ਹਰ ਇੱਕ ਦੇ ਹੱਕ ਤੇ ਡਾਕਾ ਮਾਰ ਕੇ ਆਪਣੇ ਪੈਸੇ, ਆਪਣੀ ਤਿਜੋਰੀ ਭਰਨ ਦੇ ਲਾਲਚ ਵਿੱਚ ਲੱਗੇ ਹੋਏ ਨੇ, ਤੇ ਉਹ ਹਰ ਤਰ੍ਹਾਂ ਦਾ ਹਰਬਾ ਵਰਤ ਕੇ ਆਮ ਲੋਕਾਂ ਨੂੰ ਮਲੀਆ ਮੇਟ ਕਰਨਾ ਚਾਹੁੰਦੇ ਨੇ ਤੇ ਆਪਣੀ ਚੌਧਰ ਕਾਇਮ ਕਰਨਾ ਚਾਹੁੰਦੇ ਨੇ। ਕਿਉਂਕਿ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਵੀ ਕਿਉਂਕਿ ਜਿਹੜੇ ਜਿੰਨੇ ਕਾਰਪੋਰੇਟ ਘਰਾਣੇ ਹੁੰਦੇ ਕਿਸੇ ਵਰਡ ਦੇ ਵਿੱਚ, ਕਿਸੇ ਮੁਲਕ ਦੇ ਲੈ ਲਓ, ਬਿਲਕੁਲ ਉਹਨਾਂ ਦੀ ਡਿਕਸ਼ਨਰੀ ਦੇ ਵਿੱਚ ਇੱਕੋ ਹੀ ਲਫ਼ਜ਼ ਹੁੰਦਾ ਹੈ, ਮੁਨਾਫਾਖੋਰੀ, ਮੁਨਾਫਾ, ਫਾਇਦਾ, ਆਪਣਾ ਫਾਇਦਾ, ਮੁਨਾਫਾ, ਸੈਲਫਿਸ਼ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਹੋਰ ਤਾਂ ਕੋਈ ਇਹਨਾਂ ਦੇ ਜਾਂ ਕਹਿ ਲਈਏ ਦਇਆ ਜਾਂ ਕੋਈ ਰਹਿਮ ਜਾਂ ਵੰਡ ਛਕਣ ਵਾਲੀ, ਇਹ ਤਾਂ ਉਹਨਾਂ ਦੀ ਡਿਕਸ਼ਨਰੀ 'ਚ। ਮੈਂ ਇਹ ਕਈ ਮਤਲਬ ਥਾਵਾਂ ਤੇ ਸੁਣਿਆ ਹੈਗਾ, ਜਿਹੜੇ ਕਾਰਪੋਰੇਟ ਘਰਾਣਿਆਂ ਦੇ ਲੋਕ ਹੈਗੇ ਆ, ਉਹਨਾਂ ਦੀ ਇਹ ਇੱਕ ਚਾਲ ਹੁੰਦੀ ਹੈ ਜਾਂ ਉਹਨਾਂ ਦਾ ਇੱਕ ਫੰਡਾ ਹੁੰਦਾ ਹੈ। ਉਹ ਕਹਿੰਦੇ ਕਿ ਜੇ ਤੁਹਾਡੇ ਸਾਹਮਣੇ ਕੋਈ ਬੰਦਾ ਦਰੜਿਆ ਵੀ, ਡਿੱਗਿਆ ਵੀ ਪਿਆ ਨਾ, ਉਹਨੂੰ ਉਠਾਓ ਨਾ, ਬਲਕਿ ਉਹਨੂੰ ਦਰੜ ਕੇ ਉਹਦੀ ਹਿੱਕ ਤੇ ਪੈਰ ਰੱਖ ਕੇ ਉਹਦੀ ਜੇਬ 'ਚ ਜੋ ਪੈਸਾ ਹੈ ਕੱਢ ਕੇ ਅੱਗੇ ਵੱਧ। ਉਹਨਾਂ ਵਾਸਤੇ ਮਾਨਵਤਾ ਕੋਈ ਮਾਇਨੇ ਨਹੀਂ ਰੱਖਦੀ। ਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਿਹੜੀ ਚੀਜ਼ ਹੈ ਇਸੇ ਤਰ੍ਹਾਂ ਹੋ ਰਹੀ। ਜੇ ਆਪਾਂ ਕਹੀਏ ਕਿ ਇਹ ਜਿਹੜੀ ਸਰਕਾਰ ਹੈ ਸਾਡੀ ਕੇਂਦਰ ਦੀ, ਇਹ ਆਪਣੇ ਤੌਰ ਤੇ ਕਰ ਰਹੀ ਹੈ, ਨਹੀਂ, ਇਹ ਆਪਣੇ ਤੌਰ ਤੇ ਨਹੀਂ ਕਰ ਰਹੀ। ਇਹ ਉਹਨਾਂ ਅਡਾਨੀਆਂ ਅਬਾਨੀਆਂ ਤੋਂ, ਕਿਉਂਕਿ ਉਹਨਾਂ ਦੇ ਉਂਗਲੀਆਂ ਤੇ ਚੱਲ ਰਹੀ ਹੈ, ਨੱਚ ਰਹੀ ਹੈ, ਇਸ ਕਰਕੇ ਉਹਨਾਂ ਦੇ ਕਹੇ ਅਨੁਸਾਰ ਜੋ ਉਹਨਾਂ ਦੇ ਫੰਡੇ ਹੈਗੇ ਆ, ਉਹਨਾਂ ਨੂੰ ਵਰਤ ਕੇ ਆਮ ਲੋਕਾਂ ਤੇ ਕੁਹਾੜਾ ਫੇਰ ਰਹੀ ਹੈ। ਆਪਾਂ ਫਿਰ ਡਾਕਟਰ ਸਾਹਿਬ ਉੱਥੇ ਹੀ ਮੁੜ ਕੇ ਆਉਂਦੇ। ਮੈਂ ਬਾਰ-ਬਾਰ ਤੁਹਾਡੇ ਤੋਂ ਉਹ ਜਾਣਨਾ ਚਾਹੂੰਗੀ ਕਿ ਜਿਹੜਾ ਅੱਜ ਮੌਜੂਦਾ ਜਿਹੜਾ ਸਮਾਂ ਹੈਗਾ, ਜਿਹਦੇ ਵਿੱਚ ਦਿੱਲੀ ਨੂੰ ਕੂਚ ਕਰ ਰਹੇ ਆ ਸਾਡੇ ਕਿਸਾਨ ਵੀਰ, ਕੁਝ ਪਹੁੰਚ ਗਏ ਨੇ, ਮਤਲਬ ਬਾਰਡਰਾਂ ਨੂੰ ਪਾਰ ਕਰਕੇ ਅੱਗੇ ਲੰਘ ਚੁੱਕੇ ਨੇ, ਬਾਰਡਰਾਂ ਤੇ ਪਹੁੰਚ ਚੁੱਕੇ ਨੇ ਤੇ ਬਾਰਡਰਾਂ ਨੂੰ ਪਾਰ ਕਰਕੇ ਅੱਗੇ ਵੀ ਲੰਘ ਚੁੱਕੇ ਨੇ, ਕੁਝ ਅਜੇ ਇੱਥੋਂ ਰਵਾਨਾ ਹੋ ਰਹੇ ਨੇ ਲਗਾਤਾਰ। ਉਹ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਜਿਹੜੀ ਪੰਜਾਬ ਦੀ ਕਿਸਾਨੀ ਮਜ਼ਦੂਰੀ, ਤਕਰੀਬਨ ਹੀ ਸਾਰਾ ਪੰਜਾਬ ਕਿਸਾਨਾਂ ਦਾ ਹੀ ਹੈ, ਸਾਰਾ ਕਿਸਾਨ, ਸਭ ਮਜ਼ਦੂਰ, ਸਭ ਛੋਟੇ ਵਪਾਰੀ ਜੀ, ਹਰ ਇੱਕ ਨੂੰ ਇਹ ਸਮਝ ਆ ਚੁੱਕੀ ਹੈ। ਕਿਉਂਕਿ ਇੱਕ ਕਿਸਾਨ ਹੀ ਇਹੋ ਜਿਹੀ ਵਰਗ ਦੇ ਵਿੱਚ ਸੰਬੰਧਿਤ ਹੈਗਾ, ਵਰਗ ਦੇ ਨਾਲ ਸੰਬੰਧਿਤ ਹੈਗਾ, ਜਿਹੜਾ ਕਿ ਸੰਸਾਰ ਨੂੰ ਅੰਨ ਪੈਦਾ ਕਰਕੇ ਦੇ ਸਕੇ। ਜੇ ਆਪਾਂ ਕਹੀਏ ਕਿ ਅਡਾਨੀ ਅਬਾਨੀ ਵਰਗੇ ਕਾਰਪੋਰੇਟ ਘਰਾਣੇ ਅੰਨ ਪੈਦਾ ਕਰਨਗੇ ਤਾਂ ਸਾਨੂੰ ਦੇਣਗੇ, ਤਾਂ ਉਹ ਅਸੀਂ ਭੁੱਲ ਹੀ ਜਾਈਏ। ਇਹ ਜਿਹੜੇ ਮੋਦੀ ਵਰਗੇ ਜਾਂ ਕੇਂਦਰ ਸਰਕਾਰ ਦੇ ਜਿਹੜੇ ਕਾਰਕੁਨ ਹੈਗੇ ਆ, ਇਹ ਸਾਰੇ ਜੇ ਸਮਝਦੇ ਆ ਕਿ ਸਾਨੂੰ ਅਡਾਨੀ ਅਬਾਨੀ ਰੋਟੀਆਂ ਦੇ ਦੇਣਗੇ, ਰੋਟੀ ਕਿਸੇ ਨੇ ਨਹੀਂ ਦੇਣੀ। ਰੋਟੀ ਦੇਣ ਦਾ ਸਿਰਫ ਹੌਸਲਾ ਤੇ ਹੀਆ ਜਿਹੜਾ ਉਹ ਕਿਸਾਨ ਦੇ ਵਿੱਚ ਹੀ ਹੈ। ਜਿਹੜਾ ਲੋਕਾਂ ਦੀ ਥਾਲੀ ਦੇ ਵਿੱਚ ਰੋਟੀ ਰੱਖਦਾ, ਆਪ ਅਚਾਰ ਦੇ ਨਾਲ ਇੱਕ ਡੰਗ ਰੋਟੀ ਖਾ ਕੇ ਵੀ ਸਾਰਦਾ ਹੈ, ਉਹਨਾਂ ਲੋਕਾਂ ਤੇ ਹੀ ਇਹ ਤਸ਼ੱਦਦ ਕਰਨ ਲੱਗ ਪਏ ਨੇ। ਤਾਂ ਇਸ ਦਾ ਖਮਿਆਜ਼ਾ ਇਹਨਾਂ ਨੂੰ ਬਹੁਤ ਜ਼ਿਆਦਾ ਭੁਗਤਣਾ ਪੈ ਸਕਦਾ ਹੈ। ਇਸੇ ਕਰਕੇ ਜਿਹੜਾ ਕਿਸਾਨ ਹੈ ਉਹ ਆਪਣੀ ਜਦੋਂ ਹੋਂਦ ਦੇ ਉੱਤੇ ਬਣ ਆਈ ਹੈ ਤੇ ਉੱਠ ਕੇ ਤੁਰ ਪਿਆ। ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਉੱਠਿਆ, ਕੱਲਾ ਕਿਸਾਨ ਹੀ ਨਹੀਂ ਉੱਠਿਆ, ਕਿਸਾਨ ਦੇ ਨਾਲ ਮਜ਼ਦੂਰ ਵੀ ਹੈ, ਛੋਟਾ ਵਪਾਰੀ ਵੀ ਹੈ। ਜਿਹੜੇ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਸਾਡਾ ਅੰਨਦਾਤਾ ਜਿਹੜਾ ਹੁਣ ਨਪੀੜਿਆ ਜਾ ਰਿਹਾ, ਸਾਨੂੰ ਇਹਦੇ ਨਾਲ ਖੜਨਾ ਪਏਗਾ, ਤੇ ਉਹ ਸਾਰੇ ਉੱਠ ਕੇ ਉਹਦੇ ਨਾਲ ਹੋ ਤੁਰੇ ਨੇ। ਦਰਸ਼ਕੋ, ਕਿਸਾਨ ਇੱਕ ਐਸਾ ਦਰਖਤ ਹੈ, ਛਾਂਦਾਰ, ਫਲਦਾਰ, ਉਹ ਐਸਾ ਦਰਖਤ ਹੈ ਜਿਹਦੀਆਂ ਜੜ੍ਹਾਂ ਧਰਤੀ ਦੇ ਵਿੱਚ ਨੇ, ਧਰਤੀ ਤੋਂ ਮਤਲਬ ਪਤਾਲ ਦੇ ਵਿੱਚ ਅਸੀਂ ਕਹਿ ਸਕਦੇ ਹਾਂ, ਬੜੀਆਂ ਮਜ਼ਬੂਤੀ ਦੇ ਨਾਲ। ਕਿ ਵੇਖੋ ਕਿਸਾਨ ਦੇ ਜਜ਼ਬਾਤ ਜਿਹੜੇ ਹੈਗੇ ਆ ਉਹ ਆਪਣੀ ਜ਼ਮੀਨ ਨਾਲ ਜੁੜੇ ਹੁੰਦੇ ਨੇ। ਇਸੇ ਕਰਕੇ ਮੈਂ ਕਿਹਾ ਕਿ ਧਰਤੀ ਦਾ ਪੁੱਤਰ, ਔਰ ਧਰਤੀ ਮਿੱਟੀ ਦਾ ਮੋਹ ਦੇ ਅੰਦਰ ਕਿਤੇ ਨਾ ਕਿਤੇ ਠਾਠਾ ਮਾਰਦਾ ਅੱਜ ਅਸੀਂ ਦੇਖ ਵੀ ਰਹੇ ਹਾਂ। ਔਰ ਉਹ ਜਿਹੜਾ ਆਪਣੀ ਜੜ੍ਹਾਂ ਦੇ ਨਾਲ ਜੁੜਿਆ ਹੋਣ ਕਰਕੇ ਉਸ ਵੱਡੇ ਦਰਖਤ, ਫਲਦਾਰ ਛਾਂਦਾਰ ਦਰਖਤ ਦੇ ਨਾਲ ਹੋਰ ਬੜੇ ਛੋਟੇ ਛੋਟੇ ਬੂਟੇ ਜਿਹੜੇ ਆਸਰਾ ਲੈ ਕੇ ਖੜੇ ਆ, ਜਿਨ੍ਹਾਂ ਨੂੰ ਅਸੀਂ ਜਿਹੜੇ ਮਜ਼ਦੂਰ ਕਹਿ ਸਕਦੇ ਹਾਂ, ਛੋਟੇ ਵਪਾਰੀ ਕਹਿ
ਕਹਿ ਸਕਦੇ ਹਾਂ, ਛੋਟੀਆਂ ਛੋਟੀਆਂ ਦੁਕਾਨਾਂ ਚਲਾਉਣ ਵਾਲੇ, ਸਾਰੇ ਉਹ ਚੀਜ਼ ਨੇ। ਵੱਡਾ ਦਰਖਤ ਜਿਹੜਾ ਹੈਗਾ ਉਹ ਕਿਸਾਨ ਆ। ਸੋ ਜੇ ਵੱਡੇ ਦਰਖਤ ਦੀਆਂ ਜੜ੍ਹਾਂ ਨੂੰ ਸਿਉਂਕ ਪੈ ਗਈ ਆ ਵੱਡੇ ਕਾਰਪੋਰੇਟ ਘਰਾਣਿਆਂ ਦੀ, ਤੇ ਉਹ ਆਪਣਾ ਸਮਾਂ ਰਹਿੰਦੇ ਇਸ ਪ੍ਰਤੀ ਜਾਗਰੂਕ ਹੋ ਗਿਆ, ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਉਹ ਆਪਣੀਆਂ ਜੜ੍ਹਾਂ ਦੀ ਮਜ਼ਬੂਤੀ ਜਿਹੜੀ ਆ ਉਹ ਇੰਨੀ ਜਲਦੀ ਹੋ ਗਿਆ, ਉਹ ਇੰਨੀ ਜਲਦੀ ਉਹ ਖਾੜਨ ਨਹੀਂ ਦੇਗਾ। ਇਹ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਨੂੰ ਜਿਹੜੀ ਜ਼ਰੂਰ ਸਮਝ ਲੈਣੀ ਚਾਹੀਦੀ ਆ। ਤੇ ਅੱਜ ਦੇ ਹੀ ਜਿਹੜੇ ਆ 26-27 ਵਾਲਾ ਜਿਹੜਾ ਹੁਣ ਇਹ ਸਮਾਂ ਚੱਲ ਰਿਹਾ, ਜੋ ਕੁਛ ਇਹਦੇ ਵਿੱਚ ਸਾਡੇ ਨੌਜਵਾਨੀ ਨੇ ਜਿਹੜਾ ਦਿਖਾ ਦਿੱਤਾ ਹੈਗਾ, ਉਹਦੇ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਉਹ ਜਿਹੜਾ ਹਿੰਟ ਇਹਨਾਂ ਨੂੰ ਸਰਕਾਰ ਨੂੰ ਦੇਣਾ। ਪਰਮਵੀਰ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੇ ਸ਼ਾਇਦ ਇੰਨੇ ਚਿਰ ਇਸ ਕਾਨੂੰਨ ਨੂੰ ਬਣਾਉਣ ਵਾਸਤੇ ਇਸ ਕਰਕੇ ਲਾਇਆ ਸੀ, ਸ਼ਾਇਦ ਇਹਨਾਂ ਦੀ ਸੋਚ ਦੇ ਵਿੱਚ ਕਿਤੇ ਇਹ ਹੋਵੇ ਕਿ ਪਹਿਲਾਂ ਪੰਜਾਬ ਨੂੰ ਘੁਣ ਲਾਓ। ਘੁਣ ਲਾਉਣ ਦੇ ਨਾਲ ਪੰਜਾਬ ਨੂੰ ਘੁਣ ਕਿਵੇਂ ਲਾਉਣਾ ਸੀ, ਉਹਨਾਂ ਨੇ ਸੋਚਿਆ ਕਿ ਪਹਿਲਾਂ ਪੰਜਾਬ ਦੇ ਨੌਜਵਾਨੀ ਨੂੰ ਨਸ਼ੇ ਚਲਾਓ, ਜਿਹੜੇ ਰਹਿੰਦੀ ਖੁੰਦੀ ਚੀਜ਼ ਹੈਗੀ ਜਾਂ ਰਹਿੰਦੇ ਖੁੰਦੇ ਲੋਕ ਹੈਗੇ ਉਹਨਾਂ ਨੂੰ ਵਿਦੇਸ਼ਾਂ 'ਚ ਭੇਜ ਦਿਓ, ਤੇ ਜਿਹੜੇ ਪਿੱਛੇ ਧੀਆਂ ਭੈਣਾਂ ਬਚ ਗਈਆਂ ਉਹ ਤਾਂ ਸਾਡੇ ਆਪਣੇ ਹੀ ਮਤਲਬ ਜਿਵੇਂ ਅਸੀਂ ਚਾਹੀਏ ਉਹਨਾਂ ਨੂੰ ਵਰਤ ਲਈਏ। ਠੀਕ ਹੈ, ਉਹਦੇ ਵਿੱਚ ਡਾਕਟਰ ਸਾਹਿਬ ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਜਿਹੜੇ ਉਹਨਾਂ ਇਹ ਵੀ ਆਪਾਂ ਵਿੱਚ ਜੋੜ ਲਈਏ ਕਿ ਜਿਹੜੇ ਬਿਊਟੀ ਪਾਰਲਰ ਗਲੀ ਗਲੀ ਮੁਹੱਲੇ ਇੱਕ ਸਮਾਂ ਸੀਗਾ, ਆ ਇੱਕ ਦਹਾਕਾ ਜਿਹੜਾ ਅਸੀਂ ਕਹਿ ਸਕਦੇ ਇਹਦੇ ਵਿੱਚ ਐਡਾ ਹੜ ਆ ਗਿਆ, ਬਿਊਟੀ ਪਾਰਲਰ ਸਬਸਿਡੀਆਂ ਦਿੱਤੀਆਂ ਜਾਣ ਲੱਗੀਆਂ, ਉਹਦੇ ਪਿੱਛੇ ਤੁਸੀਂ ਕੀ ਕਰ ਰਹੇ ਹੋ? ਬੜੀ ਸੋਚੀ ਸਮਝੀ ਚਾਲ ਸੀਗੀ ਕਿ ਇੱਕ ਪਾਸੇ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਉਹਨਾਂ ਨੂੰ ਤਾਂ ਵਿਦੇਸ਼ਾਂ 'ਚ ਭੇਜ ਦਿਓ, ਜਾਂ ਉਹਨਾਂ ਨੂੰ ਨਸ਼ਿਆਂ 'ਚ ਲਾ ਦਿਓ, ਜਾਂ ਉਹਨਾਂ ਦੀ ਪੜ੍ਹਾਈ ਤੇ ਰੋਕ ਲਾ ਦਿਓ ਕਿ ਉਹਨਾਂ ਨੂੰ ਸਿੱਖਿਆ ਦਾ ਮਾਧਿਅਮ ਇਹ ਕਰ ਦਿਓ, ਉਹ ਕਰ ਦਿਓ, ਇਲਿਟਰੇਸੀ ਵਾਲੇ ਪਾਸੇ ਵਧਾਓ, ਤਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕੰਡਮ ਕਰਨ ਵਾਲੇ ਪਾਸੇ ਤੁਰ ਪਏ, ਹੈ ਨਾ। ਦੂਜੇ ਪਾਸੇ ਜਿਹੜੀਆਂ ਧੀਆਂ ਸੀਗੀਆਂ ਉਹਨਾਂ ਵਾਸਤੇ ਇਹਨਾਂ ਨੇ ਸੋਚਿਆ ਕਿ ਇਹਨਾਂ ਦੀ ਸੋਚ ਖੁੰਡੀ ਕਿਵੇਂ ਕਰੀਏ, ਤਾਂ ਸੋਚ ਖੁੰਡੀ ਕਰਨ ਦੇ ਇਰਾਦੇ ਨਾਲ ਬਿਊਟੀ ਪਾਰਲਰ ਲਿਆਂਦੇ। ਬਿਊਟੀ ਪਾਰਲਰ ਲਿਆ ਕੇ ਉਹਨਾਂ ਨੂੰ ਪੜ੍ਹਾਈ ਤੋਂ ਰੋਕ ਕੇ ਕਿ ਉਹਨਾਂ ਨੂੰ ਪੜ੍ਹਨ ਤੋਂ ਬਸ 10 ਕਰ ਲਈਆਂ ਜਾਂ +2 ਕਰ ਲਈ, ਉਹ ਬਹੁਤ ਹੈ, ਹੁਣ ਤੁਸੀਂ ਆਪਣੀ ਰੋਜ਼ੀ ਰੋਟੀ ਵਾਲੇ ਪਾਸੇ ਪਹੁੰਚੋ। ਰੋਜ਼ੀ ਰੋਟੀ ਦਾ ਇੱਕ ਬਹਾਨਾ ਹੈ, ਵੀ ਰੋਜ਼ੀ ਰੋਟੀ ਦਾ ਇੱਕ ਬਹਾਨਾ ਹੋ ਸਕਦਾ, ਉਹ ਆਪਣੇ ਲਈ ਇੱਕ ਬਿਊਟੀ ਪ੍ਰੋਡਕਟ ਤਾਂ ਨਹੀਂ ਕੁੜੀਆਂ ਨੂੰ ਤਿਆਰ ਕਰਨਾ। ਰੋਜ਼ੀ ਰੋਟੀ ਦਾ ਬਹਾਨਾ ਦੇ ਕੇ ਕੁੜੀਆਂ ਨੂੰ ਸਿਰਫ ਆਪਣੀ ਸੁੰਦਰਤਾ ਸਾਧਨ ਵਧਾਉਣ ਦੇ ਵਸੀਲੇ, ਆਪਣੀ ਹਵਸ ਦਾ ਕਿਤੇ ਨਾ ਕਿਤੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਸਤੇ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀਆਂ ਸੋਚੀਆਂ ਸਮਝੀਆਂ ਚਾਲਾਂ ਸੀਗੀਆਂ ਉਹਦੇ ਨਾਲ ਕੁੜੀਆਂ ਦੀ ਸੋਚ ਖੁੰਡੀ ਕਰਨ ਦਾ ਸਾਧਨ ਵਰਤੇ ਗਏ। ਇਹ ਕੁੜੀਆਂ ਤਾਂ ਕਿ ਪੜ੍ਹਾਈ ਵਾਲੇ ਪਾਸੇ ਨਾ ਲਾ ਸਕਣ, ਜੇ ਉਹ ਪੜ੍ਹਨਗੀਆਂ ਉਹਨਾਂ 'ਚ ਦਲੀਲ ਆਊਗੀ, ਉਹ ਤਰਕ ਨਾਲ ਗੱਲ ਕਰਨਗੀਆਂ। ਜੇ ਮੁੰਡੇ ਇੱਥੇ ਨਹੀਂ ਰਹੇ ਤਾਂ ਕੁੜੀਆਂ ਗੱਲ ਕਰ ਸਕਦੀਆਂ ਸੀ, ਪਰ ਕੁੜੀਆਂ ਨੂੰ ਵੀ ਇਸ ਪਾਸੇ ਲਾ ਦਿੱਤਾ ਗਿਆ ਕਿ ਉਹ ਆਪਣੀ ਸੁੰਦਰਤਾ ਤੋਂ ਅੱਗੇ ਵਧ ਹੀ ਨਾ ਸਕਣ। ਤਾਂ ਇਹ ਜਿਹੜਾ ਪਾਰਲਰ ਜਿਹੜੇ ਹੈ ਉਹ ਕੁਝ 1000 ਰੁਪਏ ਤੋਂ ਸ਼ੁਰੂ ਹੋ ਕੇ ਲੱਖਾਂ ਰੁਪਏ ਤੱਕ ਜਾਂਦੇ। ਇੱਕ ਤਾਂ ਉਹਨਾਂ ਦਾ ਆਰਥਿਕਤਾ ਜਿਹੜੀ ਹੈ ਉਹਨੂੰ ਬਹੁਤ ਮਤਲਬ ਖਰਾਬ ਕੀਤਾ। ਬਜਟ ਉਹਨਾਂ ਦੀ ਮੇਰੇ ਕੋਲ ਡਾਕਟਰ ਸਾਹਿਬ ਇੱਕ ਵੱਖਰਾ ਵਿਸ਼ਾ ਆਪਾਂ ਇਹ ਅਲੱਗ ਵੀ ਕਰ ਸਕਦੇ ਆਪਾਂ ਜਿਹੜਾ ਅੱਜ ਦਾ ਉਹਦੇ ਤੇ ਫੋਕਸ ਲਈਏ। ਮੈਂ ਕੁਝ ਜਾਣਨਾ ਚਾਹੁੰਦੀ ਸੀ ਬਿਲਕੁਲ ਅੱਜ ਦੇ, ਫਿਰ ਮੈਂ ਉੱਥੇ ਆਵਾਂਗੀ ਵੀ ਅੱਜ ਦਾ ਜਿਹੜਾ ਹੁਣ ਦੌਰ ਚੱਲ ਰਿਹਾ, ਜਿਸ ਤਰ੍ਹਾਂ ਜਜ਼ਬਾਤਾਂ ਦਾ ਹੜ੍ਹ ਆਇਆ ਹੋਇਆ, ਨੌਜਵਾਨਾਂ ਨੇ ਜਿਸ ਤਰ੍ਹਾਂ ਨਾਲ ਬੈਰੀਕੇਡ ਜਿਹੜੇ 5 ਲੇਅਰਸ ਦੇ ਵਿੱਚ ਉਹਨਾਂ ਨੇ ਸਥਾਪਿਤ ਕੀਤੇ ਸੀਗੇ ਉਹਨਾਂ ਨੂੰ ਡੈਮੇਜ ਕਰ ਦਿੱਤਾ। ਡੈਮੇਜ ਕਰਕੇ ਉਹ ਅੱਗੇ ਪਾਣੀ ਦੀਆਂ ਬੁਛਾੜਾਂ ਸਹਿੰਦੇ ਹੋਏ। ਦੇਖੋ ਪਰਮਵੀਰ, ਜਿਹੜਾ ਲੋਕਤਾ ਦਾ ਹੜ੍ਹ ਹੈ ਨਾ ਉਹਦੇ ਅੱਗੇ ਕੋਈ ਵੀ ਜ਼ਬਰ ਜ਼ੁਲਮ ਕੰਮ ਨਹੀਂ ਕਰ ਸਕਦਾ। ਪਰ ਡਾਕਟਰ ਸਾਹਿਬ ਫਿਰ ਸਰਕਾਰ ਜਿਹੜੀ ਹੈਗੀ ਆ ਇਸ ਵੇਲੇ ਸੈਂਟਰ ਦੀ ਸਰਕਾਰ ਆ, ਕੀ ਉਹਦੇ ਤਾਈਂ ਇਹ ਖਬਰਾਂ ਨਹੀਂ ਪਹੁੰਚ ਰਹੀਆਂ ਹੋਣਗੀਆਂ, ਲੇਕਿਨ ਉਹ ਆਪਣੇ ਕੰਨ ਬੋਲੇ ਕੀਤੇ ਬੈਠੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਰਕਾਰਾਂ ਆਪਣੇ ਹਿਸਾਬ ਨਾਲ ਬਣਾਈਆਂ ਹੋਈਆਂ ਜਿਹੜੀਆਂ ਸਾਡੀ ਪਾਰਟੀ ਦੀਆਂ ਸਰਕਾਰਾਂ ਉਹ ਪੂਰਾ ਤਾਣ ਲਾ ਦੇਣਗੀਆਂ, ਸਾਡੇ ਤੱਕ ਇਹਨਾਂ ਨੂੰ ਪਹੁੰਚਾਉਣਗੀਆਂ। ਲੇਕਿਨ ਜਿਹੜੇ ਇਹ ਲੋਕ ਨੇ ਇਹ ਕਿਉਂਕਿ ਜਜ਼ਬਿਆਂ ਨਾਲ ਜਨੂਨ ਨਾਲ ਭਰੇ ਹੋਏ ਨੇ, ਆਪਣੀ ਹੋਂਦ ਵਾਸਤੇ ਲੜ ਰਹੇ ਨੇ, ਇਸ ਕਰਕੇ ਇਹਨਾਂ ਵਾਸਤੇ ਕੋਈ ਵੀ ਜ਼ਬਰ ਕੋਈ ਵੀ ਜ਼ੁਲਮ ਇਹਨਾਂ ਨੂੰ ਠੱਲ ਨਹੀਂ ਸਕੇਗਾ, ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਦਾਅ ਤੇ ਲਾਤਾ। ਤੁਸੀਂ ਉਗਰਾਹਾਂ ਯੂਨੀਅਨ ਦੇ ਨਾਲ ਜੁੜੇ ਹੋਏ ਹੋ, ਤੁਸੀਂ ਉਹਨਾਂ ਦੇ ਇੱਕ ਮੈਂਬਰ ਵਜੋਂ ਕੰਮ ਕਰਦੇ ਹੋ, ਤੁਹਾਡੀ ਗੱਲ ਹੋਈ ਉਗਰਾਹਾਂ ਯੂਨੀਅਨ ਦੇ ਨਾਲ, ਤੁਸੀਂ ਉਹਨਾਂ ਨੇ ਕੀ ਦੱਸਿਆ ਤੁਹਾਨੂੰ ਕਿ ਉਹ ਅੱਗੇ ਜਾਣਗੇ ਕੀ ਕਰਨਗੇ? ਉਹਨਾਂ ਨੇ ਤਾਂ ਪਹਿਲੇ ਦਿਨ ਹੀ 500 ਟਰਾਲੀਆਂ ਆਪਣੀਆਂ ਦਿੱਲੀ ਪਹੁੰਚਾ ਵੀ ਦਿੱਤੀਆਂ ਨੇ। ਅੱਛਾ ਜੀ, ਠੀਕ ਹੈ ਨਾ। ਤੇ ਬਾਕੀ ਜਿਹੜਾ ਹੁਣ ਉਹਨਾਂ ਨੇ ਖਨੌਰੀ ਜਿਹੜੇ ਉਗਰਾਹਾਂ ਸਾਹਿਬ ਸੀਗੇ, ਜੋਗਿੰਦਰ ਸਿੰਘ ਉਗਰਾਹਾਂ ਸਾਹਿਬ, ਉਹਨਾਂ ਨੇ ਤਾਂ ਕਿਹਾ ਸੀ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਥੇ 7 ਦਿਨ ਬੈਠਾਂਗੇ। ਲੇਕਿਨ ਜਿਹੜਾ ਨੌਜਵਾਨ ਵਰਗ ਹੈ, ਨੌਜਵਾਨ ਵਰਗ ਨੂੰ ਲੱਗਦਾ ਹੈ ਕਿ ਸਾਡੇ ਨਾਲ ਇੰਨਾ ਵੱਡਾ ਧੱਕਾ ਹੋ ਰਿਹਾ, ਕਿੰਨੀ ਦੇਰ ਸ਼ਾਂਤੀ ਬਣਾਏ ਰੱਖਾਂਗੇ। ਸੋ ਉਹਨਾਂ ਨੇ ਉਹ ਜਿਹੜੀਆਂ 5 ਲੇਅਰ ਦੇ ਵਿੱਚ ਰੱਖਿਆ ਹੋਇਆ ਬਾਰਡਰ ਸੀਗਾ ਉਹ ਤਹਿਸ ਨਹਿਸ ਕਰਕੇ ਮਿੱਟੀ ਵੀ
ਹੱਥਾਂ ਨਾਲ ਪਰੇ ਹਟਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਕੋਸ਼ਿਸ਼ ਹੀ ਨਹੀਂ ਕੀਤੀ, ਸਫਲ ਵੀ ਹੋਏ ਆ ਔਰ ਉਹ ਸਾਰੇ ਬੈਰੀਕੇਡ ਉਹਨਾਂ ਨੇ ਤੋੜ ਦਿੱਤੇ। ਕਿਤੇ ਨਾ ਕਿਤੇ ਸੱਚੇ ਸੁੱਚੇ ਜਜ਼ਬਾਤ ਜਜ਼ਬੇ ਜਿਹੜੇ ਹੈਗੇ ਆ ਉਹ ਇਸ ਵੇਲੇ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਆ ਉਹਦੇ ਤੇ ਕਿਤੇ ਹਾਵੀ ਹੋਣ ਦੇ ਅਸਾਰ ਨਜ਼ਰ ਆ ਰਹੇ ਤੁਹਾਨੂੰ? ਹੋਣੇ ਚਾਹੀਦੇ ਆ, ਕਿਉਂਕਿ ਜਿਸ ਹਿਸਾਬ ਨਾਲ ਇਹਨਾਂ ਦਾ ਹੜ੍ਹ ਜਿਹੜਾ ਲੋਕਾਂ ਦਾ ਹੜ੍ਹ ਜਾ ਰਿਹਾ ਉੱਥੇ, ਤਾਂ ਇਹ ਉਸ ਸੈਂਟਰ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਹਾਂ ਔਰ ਕੀ ਅਸੀਂ ਕਰਨ ਜਾ ਰਹੇ ਹਾਂ। ਸਾਨੂੰ ਇਹਨਾਂ ਲੋਕਾਂ ਦੀ ਗੱਲ ਸੁਣਨੀ ਪਵੇ। ਇੱਕ ਡਰ ਸਾਹਿਬ ਮੈਨੂੰ ਹੋਰ ਮੇਰੇ ਮਨ 'ਚ ਬੜਾ, ਮੈਂ ਸੋਚ ਰਹੀ ਸੀਗੀ, ਮੈਂ ਕੱਲ ਤੋਂ ਹੀ ਬੜੀਆਂ ਚੀਜ਼ਾਂ ਸੋਚ ਰਹੀ ਹਾਂ। ਤੁਸੀਂ ਵੱਖ-ਵੱਖ ਧਰਨਿਆਂ ਦੇ ਵਿੱਚ ਸ਼ਮੂਲੀਅਤ ਕੀਤੀ ਗਏ ਆ, ਉੱਥੇ ਤੁਸੀਂ ਉਹਨਾਂ ਦੀ ਬੀਬੀਆਂ ਦੀ ਅਗਵਾਈ ਕੀਤੀ ਆ, ਤੁਸੀਂ ਆਪਣੇ ਵਿਚਾਰ ਰੱਖੇ ਨੇ। ਕੋਈ ਐਦਾਂ ਦੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਕਿਸੇ ਉੱਥੇ ਜਿਹੜੇ ਧਰਨਾਕਾਰੀ ਵੱਲੋਂ ਜਾਂ ਕਿਸੇ ਬੀਬੀ ਵੱਲੋਂ ਸ਼ਿਕਾਇਤ ਹੋਈ ਹੋਵੇ ਕਿ ਸਾਡੇ ਨਾਲ ਕੋਈ ਇੱਥੇ ਮਿਸਹੈਪਨਿੰਗ ਹੋਈ ਹੈ? ਦੇਖੋ, ਜਿਹੜੇ ਧਰਨਾਕਾਰੀ ਹੈ ਉਹ ਇੰਨੇ ਕਿ ਸੱਚੇ ਸੁੱਚੇ ਇਨਸਾਨ ਨੇ, ਉਹ ਗੁਰੂ ਦੇ ਦੱਸੇ ਰਾਹ ਤੇ ਚੱਲ ਰਹੇ ਨੇ, ਤੇ ਗੁਰੂ ਦੇ ਦੱਸੇ ਰਾਹ ਦੇ ਵਿੱਚ ਮੁੰਡੇ ਕੁੜੀ ਦੇ ਵਿੱਚ ਮਰਦ ਔਰਤ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਗਿਆ। ਇਸ ਕਰਕੇ ਉਹ ਕਹਿ ਰਹੇ ਨੇ ਕਿ ਸਾਡੀਆਂ ਧੀਆਂ ਭਾਵੇਂ ਰਾਤ ਦੇ 12 ਵਜੇ ਤੱਕ ਸਾਡੇ ਕੋਲ ਪਹੁੰਚਣ, ਉਹਨਾਂ ਦੀ ਬਾਹ ਵੱਲ ਕੋਈ ਨਹੀਂ ਦੇਖ ਸਕਦਾ। ਇਹ ਦਰਸ਼ਕੋ, ਮੈਂ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਕਿ ਮੈਂ ਕਾਦੀਆਂ ਜਿਹੜੀ ਸਾਡੀ ਯੂਨੀਅਨ ਹੈਗੀ ਆ ਉਹਦੀ ਇੱਕ ਮੈਂਬਰ ਵਜੋਂ ਵਿਚਰ ਰਹੀ ਹਾਂ, ਤੇ ਸਾਡੇ ਜਿਹੜੇ ਮਜ਼ਦੂਰ ਵਰਗ ਦੇ ਜਿਹੜੇ ਆਗੂ ਹੈਗੇ ਨੇ ਸਰਦਾਰ ਸੰਤੋਖ ਸਿੰਘ ਜੀ ਸੰਧੂ ਸਾਹਿਬ, ਤੇ ਉਹਨਾਂ ਨੇ ਰਾਤ ਬੜੀ ਸੋਹਣੀ ਇੱਕ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਮੀਡੀਆ ਨੂੰ ਬਿਆਨ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਮੀਡੀਆ ਦੇ ਨਾਲ ਰਿਲੇਟਡ ਨੇ, ਕਵਰੇਜ ਕਰਨ ਵਾਸਤੇ ਆਉਂਦੀਆਂ, ਜਾਂ ਜਿਸ ਤਰ੍ਹਾਂ ਵੀ ਕੋਈ ਆਮ ਧੀਆਂ ਭੈਣਾਂ ਸਾਡੇ ਇਸ ਲਾਡੋਵਾਲ ਟੋਲ ਪਲਾਜ਼ਾ ਜਿੱਥੇ ਉਹਨਾਂ ਦਾ ਧਰਨਾ ਲੱਗਾ ਸੀ ਉੱਥੇ ਸ਼ਮੂਲੀਅਤ ਕਰਦੀਆਂ ਨੇ, ਤਾਂ ਅਸੀਂ ਉਹਨਾਂ ਨੂੰ ਇਹ ਸ਼ਿਓਰਿਟੀ ਦਿੱਤੀ ਹੈ ਕਿ ਪੁੱਤਰੋ ਬੱਚਿਓ, ਤੁਸੀਂ ਦਿਨ ਵੇਲੇ ਆਵੋ, ਰਾਤ ਵੇਲੇ ਆਵੋ, 12 ਵਜੇ ਆਵੋ, 1 ਵਜੇ ਆਵੋ, 2 ਵਜੇ ਆਵੋ, ਜਿੱਥੇ ਮਰਜ਼ੀ ਆਜ਼ਾਦੀ ਨਾਲ ਘੁੰਮੋ, ਤੁਹਾਡੀ ਕੋਈ ਵਾਹ ਵੱਲ ਵੀ ਨਹੀਂ ਦੇਖ ਸਕਦਾ। ਤੇ ਸੱਚਾਈ ਹੈ ਇਹ, ਬਿਲਕੁਲ ਇਹ ਸੱਚਾਈ ਹੈ ਦਰਸ਼ਕੋ, 100% ਜੋ ਸਾਡੇ ਪ੍ਰਧਾਨ ਜੀ ਕਹਿ ਰਹੇ ਨੇ। ਸਿਰਫ ਆਪਣੀ ਕਾਦੀਆਂ ਜਿਹੜੀ ਜਥੇਬੰਦੀ ਹੋਈ ਨਹੀਂ, ਬਲਕਿ ਜਿੰਨੀਆਂ ਜਥੇਬੰਦੀਆਂ ਇਸ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ, ਕਿਸੇ ਵੀ ਥਾਂ ਤੋਂ ਸਾਨੂੰ ਅਜਿਹੀ ਕਿਸੇ ਵੀ ਦੁਰਘਟਨਾ ਦੀ ਖਬਰ ਅੱਜ ਤੱਕ ਨਹੀਂ ਮਿਲੀ ਕਿਤੇ ਕੋਈ ਹਿੰਸਾ ਹੋਈ ਹੋਵੇ, ਕਿਸੇ ਕਿਤੇ ਬੱਚੀ ਨਾਲ ਕੋਈ ਗਲਤ ਘਟਨਾ ਵਾਪਰੀ ਹੋਵੇ, ਉਹ ਬਿਲਕੁਲ ਨਹੀਂ ਹੋਇਆ। ਕਿਉਂ ਬੜਾ ਸਤਿਕਾਰ ਮਿਲਦਾ, ਬੜਾ ਸਤਿਕਾਰ ਮਿਲਦਾ। ਆਪਾਂ ਜਾ ਕੇ ਦੇਖਿਆ ਹੀ ਹੈ, ਪੂਰਾ ਸਤਿਕਾਰ ਦਿੰਦੇ ਨੇ ਅਗਲੇ। ਔਰ ਇਹ ਜਿਹੜੀਆਂ ਚੀਜ਼ਾਂ ਹੋ ਵੀ ਰਹੀਆਂ ਨੇ, ਮੇਰਾ ਖਿਆਲ ਆ ਉਹ ਕੋਈ ਸਾਜ਼ਿਸ਼ੀ ਅਨਸਰ ਨੇ ਜਿਹੜੇ ਇਹ ਕਰਕੇ ਤੇ ਇਹਨਾਂ ਸੰਘਰਸ਼ਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨਹੀਂ। ਇਹ ਤਾਂ ਚਲੋ ਸੰਘਰਸ਼ ਦੀ ਅੱਜ ਗੱਲ ਹੈ ਵੀ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਵੀ ਜਿਸ ਤਰੀਕੇ ਦੇ ਨਾਲ ਕਤਲੋਗਾਰਤ ਹੋਈ ਆ, ਗੈਂਗਸਟਰ ਕਲਚਰ ਆਇਆ, ਬੱਚੀਆਂ ਦੇ ਨਾਲ ਬਲਾਤਕਾਰ ਹੋਇਆ, ਬੜਾ ਕੁਛ ਹੋਇਆ ਜੀ, ਇੱਥੇ ਬਜ਼ੁਰਗਾਂ ਦੇ ਨਾਲ ਬੜਾ ਕੁਛ ਹੋਇਆ। ਇਹ ਸਾਰੀਆਂ ਚੀਜ਼ਾਂ ਘਰਾਂ ਦੇ ਘਰ ਜਿਹੜੇ ਸੀਗੇ ਆਪਸ ਵਿੱਚ, ਪਰਿਵਾਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਉਹ ਬਖੇੜੇ ਖੜੇ ਕਰ ਦਿੱਤੇ। ਉਹ ਸਭ ਇੱਕ ਸਾਜ਼ਿਸ਼ ਦੇ ਅਧੀਨ ਮੈਨੂੰ ਲੱਗਦਾ ਕਿ ਇਹ ਹੁੰਦਾ ਰਿਹਾ ਤਾਂ ਕਿ ਪੰਜਾਬ ਇਹਦੇ ਪਿੱਛੇ ਕਿਹੜਾ ਕਾਰਨ? ਕਿਉਂਕਿ ਪੰਜਾਬ ਦੇ ਜੇ ਹਾਲਾਤ ਵਿਗੜਨਗੇ ਤਾਂ ਹੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਲਾਭ ਮਿਲੇਗਾ। ਜੀ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਹੈ ਉਹ ਬਹੁਤ ਕੁਝ ਕਰਵਾਉਂਦੀ। ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਵੀ ਜਿਹੜੇ ਜੱਟ ਬਦਨਾਮ ਕੀਤੇ ਗਏ ਨੇ ਇਹਨਾਂ ਚੀਜ਼ਾਂ ਪਿੱਛੇ? ਗੱਲ ਤਾਂ ਹੀ ਹੈ ਕਿ ਹੁਣ ਆਪਾਂ ਜੱਟ ਬੂਟ ਕਹਿ ਦਿੰਦੇ, ਜੀ ਕੀ ਉਹ ਬੂਟਾਂ ਦੇ ਬਰਾਬਰ ਹੋ ਗਏ? ਬਿਲਕੁਲ। ਕਿਉਂਕਿ ਜੱਟਾਂ ਜਿੰਨੀ ਜਿਹੜੀ ਸੂਝ ਹੈ ਉਹ ਇਸ ਸੰਘਰਸ਼ ਤੋਂ ਪਤਾ ਲੱਗ ਜਾਣੀ ਚਾਹੀਦੀ ਹੈ ਕਿ ਕਿਸੇ ਕੋਲ ਨਹੀਂ ਹੈ। ਕਿੰਨੇ ਸੰਘਰਸ਼ ਤੇ ਚੱਲੇ ਗਏ ਇਸ ਧਰਤੀ ਤੇ, ਲੇਕਿਨ ਜੱਟਾਂ ਕਿਸੇ ਨੇ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ, ਹੁਣ ਤੱਕ 2-2.5 ਮਹੀਨੇ ਤੱਕ ਚਲਾਇਆ, ਕੁਛ ਇੱਥੇ ਵਾਪਰਿਆ ਸਾਡੇ ਸਾਹਮਣੇ। ਉਹ ਦੇਖੋ ਉਦਾਹਰਨ ਹੈਗੀ ਆ ਬਰਗਾੜੀ ਵਾਲਾ, ਉੱਥੇ ਵੀ ਆਪਾਂ ਸ਼ਮੂਲੀਅਤ ਕਰਦੇ ਰਹੇ ਹਾਂ, ਤੇ ਉੱਥੇ ਵੀ ਉਹ ਵੀ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਨੇ ਕਿ ਵੀ ਉੱਥੇ ਪੈਸਾ ਵਰਤਿਆ, ਲਾਲਚ ਦੇ ਵਿੱਚ ਆ ਕੇ ਜਿਹੜੇ ਆਗੂ ਸੀਗੇ। ਪਰ ਇੱਥੇ ਦਰਸ਼ਕੋ ਤੁਹਾਡੇ ਨਾਲ ਗੱਲ ਸਾਂਝੀ ਕਰੀਏ ਕਿ ਇੱਥੇ ਅਸੀਂ ਜਿੰਨੇ ਵੀ ਧਰਨਿਆਂ ਦੇ ਵਿੱਚ ਗਏ ਆ, ਮੈਂ ਔਰ ਡਾਕਟਰ ਸਾਹਿਬ, ਅਸੀਂ ਜਿਹੜੇ ਉਹਨਾਂ ਦੇ ਆਗੂ ਨੇ ਉਹ ਬਾਰ-ਬਾਰ ਇਹੀ ਬੇਨਤੀਆਂ ਕਰ ਰਹੇ ਨੇ ਕਿ ਇੱਥੇ ਇੱਕ ਨਵਾਂ ਪੈਸਾ ਵੀ ਸਾਨੂੰ ਨਾ ਦਿੱਤਾ ਜਾਵੇ, ਵੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਇੱਕ ਤਾਂ ਇਹ ਕਹਿ ਲਓ ਕਿ ਜਿਹੜਾ ਖੁਦ ਆਪ ਅੰਨਦਾਤਾ ਪੂਰੀ ਦੁਨੀਆ ਦਾ ਢਿੱਡ ਭਰਦਾ, ਉਹ ਇਹ ਚੀਜ਼ਾਂ ਤਾਂ ਉਹਦੇ ਵਾਸਤੇ ਬੜੀਆਂ ਛੋਟੀਆਂ ਹੈਗੀਆਂ ਨੇ। ਬਾਕੀ ਡਾਕਟਰ ਸਾਹਿਬ ਦੇਖੋ ਤੁਸੀਂ ਦਰਸ਼ਕੋ, ਸਾਡੇ ਜਿਹੜੇ ਕਾਦੀਆਂ ਯੂਨੀਅਨ ਦੇ ਪ੍ਰਧਾਨ ਹੈਗੇ ਨੇ ਸਰਦਾਰ ਹਰਮੀਤ ਸਿੰਘ ਜੀ,
ਬੜੇ ਸੁਲਝੇ ਹੋਏ ਨੌਜਵਾਨ ਨੇ, ਵੈਲ ਐਜੂਕੇਟਡ ਨੇ, ਬੜੀ ਨੀਤੀ ਜਿਹੜੀ ਆ ਬੜੀ ਸੋਚ ਸਮਝ ਕੇ ਬਣਾਉਂਦੇ ਨੇ, ਔਰ ਬਹੁਤ ਸ਼ਾਂਤ ਸੁਭਾਅ ਦੇ ਮਾਲਕ ਨੇ ਉਹ, ਬੜੇ ਸਿਰਕੱਢ ਨੌਜਵਾਨ ਨੇ। ਤੇ ਉਹਨਾਂ ਨੂੰ ਪੱਤਰਕਾਰ ਨੇ ਇੱਕ ਪੁੱਛਿਆ ਕਿ, ਕਿਉਂਕਿ ਪੱਤਰਕਾਰਾਂ ਦਾ ਇਹ ਕੰਮ ਹੀ ਹੁੰਦਾ ਕਿ ਉਹਨਾਂ ਨੇ ਕਿਤੇ ਨਾ ਕਿਤੇ ਗੱਲ ਕਰਨੀ ਇੱਦਾਂ ਦੀ ਕਹਾਣੀ ਮੂੰਹ। ਉਹ ਕਹਿੰਦਾ ਜੀ ਬਾਦਲ ਸਾਹਿਬ ਕਹਿੰਦੇ ਆ ਕਿ ਅਸੀਂ ਜਿਹੜੇ ਲੰਗਰ ਹੈ ਉਹ ਉਹਨਾਂ ਨੂੰ ਗੁਰਦੁਆਰੇ ਦੇ ਜਿਹੜੀਆਂ ਕਮੇਟੀਆਂ ਹੈਗੀਆਂ ਉਹਨਾਂ ਨੂੰ ਅਸੀਂ ਹੁਕਮ ਕਰ ਦਿੱਤਾ ਕਿ ਉਹ ਲੰਗਰ ਜਿਹੜੇ ਪ੍ਰੋਪਰ ਉਹਨਾਂ ਲਈ ਚਾਲੂ ਰੱਖਣ। ਉਹਨਾਂ ਨੇ ਬੜਾ ਕਮਾਲ ਦਾ ਜਵਾਬ ਦਿੱਤਾ, ਸਰਦਾਰ ਹਰਮੀਤ ਸਿੰਘ ਜੀ ਨੇ। ਉਹ ਕਹਿੰਦੇ ਕਿ ਬਾਦਲ ਕੌਣ ਹੁੰਦੇ ਆ ਲੰਗਰ ਚਲਾਉਣ ਵਾਲੇ? ਬਾਦਲ, ਇਹ ਲੰਗਰ ਤਾਂ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਲੰਗਰ ਹੈ। ਵੇਖੋ, ਉਹ ਇਹ ਵੀ ਕਹਿ ਸਕਦਾ ਸੀ ਬਾਦਲ ਕੌਣ ਹੁੰਦੇ ਨੇ ਲੰਗਰ ਦੇਣ ਵੇਲੇ, ਵੀ ਅੰਨ ਤਾਂ ਜਿਹੜਾ ਅਨਾਜ ਆ ਉਹ ਤਾਂ ਕਿਸਾਨ ਪੈਦਾ ਕਰਦਾ, ਪਰ ਦੇਖੋ ਵੀ ਸਾਰਾ ਕ੍ਰੈਡਿਟ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਗਿਆ। ਇੱਥੋਂ ਤੁਸੀਂ ਲਾ ਲਓ ਕਿ ਸਾਡੇ ਜਿਹੜੇ ਕਿਸਾਨ ਵੀਰ ਹੈਗੇ ਨੇ ਉਹ ਗੁਰਮਤ ਵਿਚਾਰਧਾਰਾ ਨੂੰ ਕਿਸ ਹੱਦ ਤੱਕ ਸਮਰਪਿਤ ਨੇ। ਕੋਈ ਕਾਰਜ ਕਰਨ ਤੋਂ ਪਹਿਲਾਂ ਉਹ ਗੁਰੂ ਨਾਨਕ ਦੇ ਨਾਮ ਦੀ ਮੋਹਰ ਲਾਉਂਦੇ ਆ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦੀ ਮੋਹਰ ਲਾਉਂਦੇ ਆ, ਉਹ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ, ਚਾਹੇ ਉਹ ਜਿਹੜੇ ਦੇਸ਼ ਦੀ ਆਜ਼ਾਦੀ ਦੇ ਗੁਲਾਟੀਏ ਹੋਣ, ਉਸ ਵੇਲੇ ਦੀਆਂ ਕੁਰਬਾਨੀਆਂ ਹੋਣ, ਜਾਂ ਫਿਰ ਚਮਕੌਰ ਦੀ ਗੜੀ ਦਾ ਇਤਿਹਾਸ ਚੱਕ ਲਓ। ਇਹਨਾਂ ਤੋਂ ਉਹ ਸੇਧ ਲੈ ਕੇ ਇਸ ਸੰਘਰਸ਼ ਨੂੰ ਅੱਗੇ ਚਲਾ ਰਹੇ ਨੇ। ਬੜੀ ਵੱਡੀ ਗੱਲ ਮੈਂ ਬਾਰ-ਬਾਰ ਕਹਿੰਦੀ ਹੁੰਦੀ ਆ ਇਸ ਮਾਧਿਅਮ ਰਾਹੀਂ ਕਿ ਗੁਰੂ ਸਾਹਿਬ ਖੁਦ ਅਗਵਾਈ ਕਰ ਰਹੇ ਨੇ। ਤੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੇਰਾ ਵੀ ਇਹੀ ਖਿਆਲ ਆ ਕਿ ਗੁਰੂ ਸਾਹਿਬ ਦੀ ਯੋਗ ਅਗਵਾਈ ਇਹਨਾਂ ਸਿੱਖ ਸੰਗਤਾਂ ਦੇ ਵਿੱਚ ਆਪ ਹੋ ਕੇ ਵਿਚਰ ਰਹੀ ਹੈ ਜੀ। ਕਿਉਂਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦੱਸੇ ਹੋਏ ਮਾਰਗ ਤੇ ਚੱਲ ਰਹੇ ਨੇ, ਗੁਰੂ ਨਾਨਕ ਦੇਵ ਜੀ ਨੂੰ ਅੰਗ ਸੰਗ ਯਾਦ ਕਰ ਰਹੇ ਨੇ, ਲੰਗਰ ਦੀ ਪ੍ਰਥਾ ਚੱਲ ਰਹੀ ਆ, ਹਰ ਇੱਕ ਤਰ੍ਹਾਂ ਨਾਲ ਉਹ ਆਪਣੀ ਜਿਹੜੀ ਹਰੇਕ ਗਤੀਵਿਧੀ ਹੈ ਉਸ ਨੂੰ ਗੁਰੂ ਦੇ ਨਾਂ ਤੇ ਚਲਾ ਰਹੇ ਆ। ਤੇ ਉੱਥੇ ਗੁਰੂ ਸਾਹਿਬ ਦਾ ਆਪਣਾ ਹੀ ਹੁਕਮ ਵਰਤ ਰਿਹਾ, ਤੇ ਜਿਹੜੇ ਗੁਰੂ ਸਾਹਿਬ ਨੇ ਉਹ ਖੁਦ ਸੰਗਤਾਂ ਦੇ ਵਿੱਚ ਵਰਤ ਕੇ ਆਪਣੇ ਤੌਰ ਤੇ ਉਹਨਾਂ ਨੂੰ ਅਗਵਾਈ ਦੇ ਰਹੇ। ਵੇਖੋ ਨਾ ਡਾਕਟਰ ਸਾਹਿਬ, ਜਿਹੜੀ ਵੀ ਜਥੇਬੰਦੀ ਦੇ ਨਾਲ ਗੱਲ ਕਰੋ, ਹਰ ਇੱਕ ਦੀ ਟੋਨ ਇੱਕ ਹੈ, ਚਾਹੇ ਕਿਸੇ ਵੀ, ਚਾਹੇ ਉਹਨਾਂ ਦੇ ਵਿੱਚ ਵਿਚਾਰਧਾਰਾ ਵੱਖਰੀ ਹੋਵੇ, ਮੁੱਦਾ ਇੱਕ ਹੈ, ਔਰ ਉਹਨਾਂ ਦਾ ਜਿਹੜਾ ਤਰੀਕਾ ਹੈਗਾ ਉਹ ਆਪਣਾ ਆਪਣਾ ਹੈਗਾ। ਜਿਵੇਂ ਤੁਹਾਡੀ ਉਗਰਾਹਾਂ ਜਥੇਬੰਦੀ ਹੈਗੀ ਆ, ਉਹਦਾ ਆਪਣਾ, ਉਹਨਾਂ ਦੇ ਆਗੂ ਬੜੇ ਸੂਝਵਾਨ ਨੇ, ਬੜਾ ਲੰਬਾ ਸਮਾਂ ਸਰਦਾਰ ਜੋਗਿੰਦਰ ਸਿੰਘ ਜੀ ਜਿਹੜੇ ਉਗਰਾਹਾਂ ਹੈਗੇ ਤੁਹਾਡੇ ਪ੍ਰਧਾਨ ਜੀ, ਉਹ ਬੜਾ ਲੰਬਾ ਸਮਾਂ ਇਸ ਚੀਜ਼ ਦੇ ਵਿੱਚੋਂ ਵਿਚਰੇ ਨੇ। ਔਰ ਉਹਨਾਂ ਦੇ ਬਾਰੇ ਕਿਹਾ ਜਾਂਦਾ ਆਸੇ ਪਾਸੇ ਦੇ ਪਿੰਡਾਂ ਚੋਂ ਆਪਾਂ ਪਤਾ ਕੀਤਾ, ਉਹਨਾਂ ਨੇ ਕਿਹਾ ਕਿ ਬਹੁਤ ਹੀ ਸੁਲਝੇ ਹੋਏ, ਇਮਾਨਦਾਰ, ਬੇਦਾਗ ਬੇਲਾਗ, ਔਰ ਬੜੀ ਸੋਚ ਸਮਝ ਕੇ ਫੈਸਲਾ ਲੈਣ ਵਾਲੇ ਉਹ ਸ਼ਖਸੀਅਤ ਹੈਗੀ ਆ। ਇਹ ਉਹਨਾਂ ਦੇ ਬਾਰੇ ਚ ਸੁਣਨ ਨੂੰ ਮਿਲਿਆ ਹੈਗਾ, ਸਰਦਾਰ ਉਗਰਾਹਾਂ ਦੇ ਬਾਰੇ ਚ। ਤੇ ਜਿੰਨਾ ਵੇਖੋ ਇਹਨਾਂ ਸਾਰੇ ਕਿਸਾਨ ਜਥੇਬੰਦੀਆਂ ਦੇ ਇੱਕ ਤੋਂ ਵੱਧ ਕੇ ਇੱਕ ਲੀਡਰ ਹੈਗੇ ਨੇ, ਬੜੇ ਸੁਲਝੇ ਹੋਏ ਨੇ, ਤੇ ਅੱਜ ਭੁਲੇਖੇ ਕੱਢ ਦਿੱਤੇ ਦਿੱਲੀ ਦੇ ਕਿ ਜੱਟ ਬੂਟ ਨਹੀਂ ਹੈ, ਜੱਟ ਬਹੁਤ ਸੂਝਵਾਨ। ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਕੋਈ ਜਿਹੜਾ ਹੈਗਾ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਕੋਈ ਤੁਹਾਡੇ ਦਿਲ ਦੀ ਜਿਹੜੀ ਗੱਲ ਹੈਗੀ ਇਸ ਚੀਜ਼ ਨੂੰ ਲੈ ਕੇ ਸਾਂਝੀ ਕਰੋ, ਸੰਦੇਸ਼ ਜਿਹੜਾ ਦਿਓ ਵੀ ਫਰਦਰ ਜਿਹੜੇ ਪਿੱਛੇ ਰਹਿ ਗਏ ਲੋਕ ਹੈਗੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ। ਮੈਂ ਤਾਂ ਸਾਰੇ ਜਿਹੜੇ ਪੰਜਾਬ ਵਾਸੀ ਆ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਦੇਖੋ, ਜੇ ਸਾਡਾ ਅੰਨਦਾਤਾ ਸਾਡੇ ਵਾਸਤੇ ਲੜ ਰਿਹਾ, ਕਿਉਂਕਿ ਸਾਡੇ ਵਾਸਤੇ ਲੜ ਰਿਹਾ, ਭਾਵੇਂ ਉਹ ਆਪਣੀ ਜ਼ਮੀਨ ਦੀ ਮਿੱਟੀ ਦੇ ਮੂੰਹ ਦੇ ਲਈ ਸਭ ਕੁਝ ਕਰ ਰਿਹਾ, ਲੇਕਿਨ ਅਖੀਰ ਨੂੰ ਗੱਲ ਉੱਥੇ ਹੀ ਨਿਬੜਦੀ ਹੈ ਕਿ ਜੇ ਉਹ ਹੋਏਗਾ ਤਾਂ ਹੀ ਅਸੀਂ ਹੋਵਾਂਗੇ, ਉਹਦੇ ਨਾਲ ਹੀ ਸਾਡਾ ਭਵਿੱਖ ਜੁੜਿਆ ਹੋਇਆ। ਜੇ ਉਹ ਜਿਉਂਦਾ ਤਾਂ ਅਸੀਂ ਜਿਉਂਦੇ ਹਾਂ, ਜੇ ਉਹ ਨਹੀਂ ਜਿਉਂਦਾ ਤਾਂ ਸਾਡੀ ਰੋਟੀ ਰੋਜ਼ੀ ਸਭ ਕੁਝ ਖਤਮ ਹੈ। ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਗੁਰਾਂ ਦੇ ਨਾਂ ਤੇ ਕਿਸਾਨ ਜਿਉਂ ਰਿਹਾ, ਗੁਰਾਂ ਦੇ ਨਾਂ ਤੇ ਪੰਜਾਬ ਦਾ ਜਵਾਨ ਜਿਉਂ ਰਿਹਾ। ਠੀਕ ਹੈ, ਇਸ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਮੇਰੀ ਇਹੋ ਅਪੀਲ ਹੈ ਕਿ ਉਹ ਪੰਜਾਬੀ ਕਿਸਾਨ ਦਾ ਸਾਥ ਪੂਰੀ ਤਰ੍ਹਾਂ ਨਾਲ ਦੇਣ, ਚਾਹੇ ਕੋਈ ਪਿੰਡ ਵਾਸੀ ਹੈ, ਚਾਹੇ ਕੋਈ ਸ਼ਹਿਰ ਵਾਸੀ ਹੈ, ਚਾਹੇ ਕੋਈ ਬੱਚਾ ਬੁੱਢਾ ਜਵਾਨ ਇਸਤਰੀ ਮਰਦ ਜੋ ਵੀ ਹੈ, ਉਹ ਆਪਣਾ ਹਰ ਤਰ੍ਹਾਂ ਨਾਲ ਬਣਦਾ ਹਿੱਸਾ ਜਿਹੜਾ ਹੈ ਇਸ ਸੰਘਰਸ਼ ਦੇ ਵਿੱਚ ਜ਼ਰੂਰ ਪਾਵੇ, ਤੇ ਲੋਕਤੰਤਰੀ ਢੰਗ ਦੇ ਨਾਲ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਹੈ ਉਹਨਾਂ ਨੂੰ ਲੈਣ ਦੇ ਵਿੱਚ ਉਹਦਾ ਯੋਗਦਾਨ ਹਰ ਤਰ੍ਹਾਂ ਨਾਲ ਸ਼ਾਮਲ ਹੋਣਾ ਚਾਹੀਦਾ, ਤਾਂ ਕਿ ਅਸੀਂ ਪੰਜਾਬੀ ਆਪਣੇ ਪੰਜਾਬ ਨੂੰ ਫਿਰ ਤੋਂ ਹੱਸਦਾ ਵਸਦਾ ਦੇਖ ਸਕੀਏ। ਸੋ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ, ਤੁਸੀਂ ਬਹੁਤ
ਪੁਖਤਾ ਵਿਚਾਰ ਜਿਹੜੇ ਹੈਗੇ ਇਸ ਚੀਜ਼ ਨੂੰ ਲੈ ਕੇ ਸਾਡੇ ਨਾਲ ਸਾਂਝੇ ਕੀਤੇ ਨੇ, ਤੇ ਅਸੀਂ ਸਮੇਂ-ਸਮੇਂ ਤੁਹਾਡੀ ਅਗਵਾਈ ਲੈਂਦੇ ਰਵਾਂਗੇ ਇਹਨਾਂ ਚੀਜ਼ਾਂ ਦੇ ਵਿੱਚ। ਦਰਸ਼ਕੋ, ਤੁਹਾਡੇ ਨਾਲ ਮੈਨੂੰ ਸ਼ੇਅਰ ਕਰਦਿਆਂ ਗੱਲ ਬੜੀ ਫਖਰ ਮਹਿਸੂਸ ਹੋ ਰਿਹਾ ਕਿ ਸਾਨੂੰ ਦੋਵਾਂ ਨੂੰ ਵੱਖ-ਵੱਖ ਕਿਸਾਨ ਯੂਨੀਅਨ ਦੇ ਨਾਲ ਜੁੜਨ ਦਾ, ਭਾਵ ਕਿ ਉਹਨਾਂ ਦੇ ਮੈਂਬਰ ਹੋਣ ਦਾ ਇੱਕ ਮਾਣ ਜਿਹਾ ਮਹਿਸੂਸ ਹੋ ਰਿਹਾ, ਤੇ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਅਸੀਂ ਪਾ ਰਹੇ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਸਾਨੂੰ ਸਭ ਨੂੰ ਇਸ ਜਿਹੜਾ ਹੈਗਾ ਮਹਾਂ ਸੰਗਰਾਮ ਹੀ ਕਹਿ ਸਕਦੇ, ਉਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਵੀ ਪਾ ਸਕਦਾ। ਜੇ ਕੋਈ ਆਰਥਿਕ ਤੌਰ 'ਤੇ ਮਦਦ ਕਰ ਸਕਦਾ ਤਾਂ ਉਹ ਵੀ ਜ਼ਰੂਰ ਕਰਨੀ ਚਾਹੀਦੀ ਹੈ, ਜੇ ਕੋਈ ਉੱਥੇ ਸ਼ਮੂਲੀਅਤ ਕਰਕੇ ਕਰ ਸਕਦਾ ਤਾਂ ਉਹ ਵੀ ਕਰਨੀ ਚਾਹੀਦੀ ਆ। ਸੋ ਇਹ ਕਹਿ ਸਕਦੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਤੇ ਇਹ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਤੇ ਫਿਰ ਇਹ ਵੀ ਨਾਲ ਕਹਿ ਦਈਏ ਕਿ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸੱਚੇ ਵਿਚਾਰਾਂ ਦੀਆਂ ਤੇਗਾਂ ਨੇ ਇਹ। ਜੀ ਜੀ ਜੀ, ਇਹ ਵਿਚਾਰਾਂ ਦੀਆਂ ਤੇਗਾਂ ਹਮੇਸ਼ਾ ਜਿਹੜੀਆਂ ਉਹ ਚਿੱਤ ਪ੍ਰਾਪਤ ਕਰਕੇ ਹੀ ਰਹਿਣ। ਸੋ ਸੱਚੇ ਸੁੱਚੇ ਜਜ਼ਬਿਆਂ ਨੂੰ ਸਲਾਮ ਹੈ। ਤੁਹਾਨੂੰ ਇਸੇ ਤਰ੍ਹਾਂ ਅਪਡੇਟ ਦਿੰਦੇ ਰਵਾਂਗੇ, ਤੇ ਅਸੀਂ ਵੀ ਸ਼ਾਇਦ ਇਹਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਕੂਚ ਕਰਾਂਗੇ ਇੱਕ ਅੱਧੇ ਦਿਨ ਤੱਕ, ਤੇ ਉੱਥੇ ਜੋ ਅਪਡੇਟ ਹੋਏਗੀ, ਜੋ ਸਾਡੇ ਨਾਲ ਕੁਝ ਵਾਪਰੇਗਾ ਬੀਤੇਗਾ, ਉਹ ਵੀ ਤੁਹਾਨੂੰ ਤਾਜ਼ਾ ਜਾਣਕਾਰੀ ਦਿੰਦੇ ਰਵਾਂਗੇ। ਸੋ ਤੁਸੀਂ ਇਸੇ ਤਰ੍ਹਾਂ ਇਸ ਚੈਨਲ ਨਾਲ ਜੁੜੇ ਰਹਿਣਾ, ਤੇ ਤੁਸੀਂ ਇੱਕ ਕੰਮ ਜ਼ਰੂਰ ਕਰ ਸਕਦੇ ਹੋ ਕਿ ਜੇ ਤੁਸੀਂ ਸਾਡੀ ਜਥੇਬੰਦੀਆਂ ਦੀ, ਕਿਸਾਨਾਂ ਦੀ ਜਿਹੜੀ ਮਦਦ ਕਰਨਾ ਚਾਹੁੰਦੇ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰ ਲਓ, ਤੇ ਆਪਣੇ ਵਿਚਾਰ ਵੀ ਤੁਸੀਂ ਇੱਥੇ ਸਾਨੂੰ ਜ਼ਰੂਰ ਦਿੰਦੇ ਰਹੋ, ਕਿਉਂਕਿ ਜਿਹੜਾ ਬੰਦਾ ਉਹ ਭੁੱਲਣਹਾਰ ਆ, ਤੇ ਇੱਕੋ ਜਿਹੜਾ ਵਾਹਿਗੁਰੂ ਆ ਉਹ ਹੀ ਉਹ ਭੁੱਲ ਕਰਤਾਰ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਸਾਡੇ ਤੋਂ ਊਣਤਾਈਆਂ ਰਹਿ ਜਾਂਦੀਆਂ ਹੋਣਗੀਆਂ। ਤੁਹਾਡੇ ਬਹੁਮੁੱਲੇ ਸੁਝਾਵਾਂ ਦਾ ਜਿਹੜਾ ਹੈਗਾ ਸਾਨੂੰ ਸਿਰ ਮੱਥੇ ਪ੍ਰਵਾਨ ਨੇ, ਤੇ ਸਾਨੂੰ ਬੜੀ ਬੇਸਬਰੀ ਦੇ ਨਾਲ ਉਡੀਕ ਰਹਿੰਦੀ ਆ। ਤੁਸੀਂ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ। ਇਹਦੇ ਨਾਲ ਹੀ ਇਜਾਜ਼ਤ ਲਈਏ ਪੜੋ ਸਾਹਿਬ। ਜ਼ਰੂਰ। ਸਤਿ ਸ਼੍ਰੀ ਅਕਾਲ।